ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਅੱਜ ਉਹ ਮਹਾਨ ਦਿਵਸ ਪ੍ਰਾਪਤ ਹੋ ਰਹੇ ਹਨ ਜਿਸ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖ ਰਹੇ ਹਨ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਅਰਸ਼ਾਂ ਤੋਂ ਫਰਸ਼ਾਂ ਤੇ ਆਏ। ਕਿਵੇਂ ਆਏ? ਜਦੋਂ ਧਰਤੀ ਪਾਪਾਂ ਦੇ ਭਾਰ ਦੇ ਨਾਲ ਦਬ ਰਹੀ ਸੀ, ਵਿਆਕੁਲ ਹੋ ਰਹੀ ਸੀ, ਉਸਨੇ ਪ੍ਰਭੂ ਦੇ ਅੱਗੇ ਜੋਦੜੀ ਕੀਤੀ। ਹੋ ਦੀਨਾ ਬੰਧੂ, ਹੋ ਦਇਆ ਨਿਤ, ਹੋ ਕਿਰਪਾਲੂ, ਹੋ ਦਿਆਲੂ, ਮੇਰੇ ਤੇ ਮਿਹਰ ਕਰੋ। ਮੈਂ ਪਾਪਾਂ ਦੇ ਭਾਰ ਹੇਠਾਂ ਦਬ ਰਹੀ। ਸਤਿਯੁਗ ਦਾ ਸਮਾਂ ਸੀ। ਸਤਿਯੁਗ ਧਰਮ ਪੈਰ ਹੈ ਚਾਰ, ਚਾਰ ਪੈਰ ਸਨ ਧਰਮ ਦੇ। ਆ ਗਿਆ ਤ੍ਰੇਤਾ, 3 ਪੈਰ ਰਹਿ। ਫਿਰ ਆ ਗਿਆ ਦੁਆਪਰ, ਦੁਆਪਰ ਧਰਮ 2 ਪੈਰ ਰਖਾਏ। ਤੇ ਫਿਰ ਆ ਗਿਆ ਕਲਯੁਗ, ਕਲਯੁਗ ਧਰਮ ਕਲਾ 1 ਰਹਾਏ। ਹੁਣ 1 ਪੈਰ ਦੇ ਮੈਂ ਟਿਕ ਨਹੀਂ ਸਕਦੀ। ਮੇਰੀ ਬੋੜੀ ਕਰੋ, ਮੇਰੀ ਸਹਾਇਤਾ ਕਰੋ। ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵਲਾ। ਸੱਚੇ ਸੁਣਿਆ ਕੰਨ ਦੇ, ਧੀਰਕ ਦੇਵੈ ਸਹਿਜ ਸੁਭਾਏ। ਪ੍ਰਭੂ ਨੇ ਧੀਰਜ ਬਖਸ਼ਿਆ। ਕਿਵੇਂ? ਭੇਜੇ ਤਾਂ ਬਹੁਤ ਹਨ, ਪਰ ਕਿਸੇ ਨੇ ਜੀਵਾਂ ਨੂੰ ਨਾਮ ਨਾਲ ਨਹੀਂ ਜੋੜਿਆ, ਸਿਫਤ ਸਲਾਹ ਨਾਲ ਨਹੀਂ ਜੋੜਿਆ, ਪ੍ਰੇਮਾ ਭਗਤੀ ਦਾ ਮਾਰਗ ਨਹੀਂ ਦੱਸਿਆ। ਹੁਣ ਮੈਂ ਆਪ ਆਵਾਂਗਾ। ਆ ਗਿਆ ਅੱਜ ਦਾ ਸੁਭਾਗਾ ਦਿਵਸ। ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰਿਆ। ਨਿਰੰਕਾਰ ਆਕਾਰ, ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਕਾਰ ਸਰਗੁਣ ਸਰੂਪ ਧਾਰਨ ਕਰ ਲਿਆ। ਗੁਰੂ ਨਾਨਕ ਸ਼ਹਿਨਸ਼ਾਹ ਕਿੱਥੇ ਆਏ? ਰਾਏ ਭੋਈ ਦੀ ਤਲਵੰਡੀ। ਪਿਤਾ ਮਹਿਤਾ ਕਾਲੂ ਜੀ, ਅੰਮਾ ਸ੍ਰੀ ਮਾਂ ਤ੍ਰਿਪਤਾ ਜੀ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਭਰਤ। ਗੁਰੂ ਨਾਨਕ ਸ਼ਹਿਨਸ਼ਾਹ ਪ੍ਰਗਟ ਹੋਏ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਦੇ ਪਿਤਰ ਪਾਵਨ, ਮਨ ਪਾਵਣੇ, ਰੰਗ ਲਾਵਣੇ ਪਾਵਨ ਅਵਤਾਰ। ਗੁਰਪੁਰਬ ਸਾਹਿਬ ਜੀ ਦੇ ਨਿਰਮਲ ਭਾਵਾਂ ਸਹਿਤ ਗੁਰਮੁਖ ਸ੍ਰੀ ਸੰਜੀ ਮਹਾਰਾਜ, ਤਿਨਾਂ ਦੇ ਸਫਲ ਪਰਿਵਾਰ ਵੀਰ ਸੁਖਪਾਲ ਸਿੰਘ ਜੀ, ਬੀਬੀ ਉਮਲ ਕੌਰ ਜੀ ਉਦਮ ਕਰ ਰਹੇ ਹਨ ਕਿ ਆਪ ਘਰ ਬੈਠ ਕੇ ਹੀ ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਦੇ ਪਿਤਰ ਪਿਆਰ ਵਿੱਚ ਅੰਮ੍ਰਿਤਮੈ ਕੀਰਤਨ, ਅੰਮ੍ਰਿਤਮੈ ਕਥਾ ਦਾ ਆਨੰਦ ਮਾਣ ਸਕੋ। ਤਾਂ ਸਭ ਤੋਂ ਪਹਿਲਾਂ ਸ਼੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਤਿਨਾਂ ਦੇ ਪੋਤਰੇ, ਔਰ ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਤਿਨਾਂ ਦੇ ਬੇਟੇ ਵੀਰ ਸੁਖਪਾਲ ਸਿੰਘ ਜੀ ਆਪ ਨੂੰ ਸ਼ਬਦ ਸਰਵਣ ਕਰਾਉਣਗੇ। ਬਾਬਾ ਮਨ ਮਤਵਾਰੋ, ਨਾਮ ਰਸ ਪੀਵੈ, ਸਹਿਜ ਰੰਗ ਰਚ ਰਿਹਾ। ਇਸ ਦੇ ਨਾਲ ਹੀ ਦੂਸਰਾ ਸ਼ਬਦ ਆਪ ਦੀਆਂ ਪੋਤਰੀਆਂ ਹਨ, ਬੱਚੀ ਹਰਮੇਹਰ ਕੌਰ ਜੀ ਔਰ ਤਵਲੀਨ ਕੌਰ ਜੀ। ਇਹ ਬਰਖੁਰਦਾਰ ਜਪਵੀਰ ਸਿੰਘ ਜੀ, ਸੁਪ੍ਰੀਤ ਕੌਰ ਜੀ ਦੀਆਂ ਬਾਸ਼ੀਲ ਬੱਚੀਆਂ ਹਨ। ਇਹ ਅੰਮ੍ਰਿਤਮੈ ਸ਼ਬਦ ਆਪ ਨੂੰ ਸਰਵਣ ਕਰਾਉਣਗੀਆਂ। ਇੱਕ ਮਨ ਪੁਰਖ ਧਿਆਏ ਪਰ ਦਾਤਾ, ਸੰਤ ਸਹਾਰ ਸਦਾ ਵਿਖਿਆ। ਤਾਸ ਚਰਨ ਦੇ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਓ। ਆਓ ਇਹ ਦਾਤ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸਹਿਜ ਰਾਗ ਰਾਜੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਸਤਿਪੁਰਸ਼ਾਂ ਦੇ ਹੀ ਸਫਲ ਪਰਿਵਾਰ ਬਰਖੁਰਦਾਰ ਕਰਮਵੀਰ ਸਿੰਘ ਜੀ, ਡਾਕਟਰ ਜਸਪ੍ਰੀਤ ਕੌਰ ਜੀ, ਜੋ ਕੈਨੇਡਾ ਵਿਖੇ ਵਾਸ ਕਰਦੇ ਹਨ। ਮੇਰੇ ਵੀਰ ਸੁਖਪਾਲ ਸਿੰਘ ਜੀ ਦੇ ਇਹ ਜੇਠੇ ਬੇਟੇ ਹਨ। ਇਹਨਾਂ ਦੇ ਬੱਚੇ ਬਰਖੁਰਦਾਰ ਆਨੰਦਵੀਰ ਸਿੰਘ ਜੀ ਔਰ ਬੱਚੀ ਪੁਨੀਤ ਕੌਰ ਜੀ। ਇਹ ਆਪ ਨੂੰ ਅੰਮ੍ਰਿਤਮੈ ਸ਼ਬਦ ਸਰਵਣ ਕਰਾਉਣਗੇ। ਬਰਖੁਰਦਾਰ ਆਨੰਦਵੀਰ ਸਿੰਘ ਜੀ ਦਾ ਸ਼ਬਦ ਹੈ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਬੱਚੀ ਪੁਨੀਤ ਕੌਰ ਜੀ ਆਪ ਜੀ ਨੂੰ ਸ਼ਬਦ ਸੁਣਾਉਣਗੇ। ਗੁਰ ਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ। ਤੇ ਇਸ ਦੇ ਨਾਲ ਹੀ ਸ੍ਰੀ ਮਾਂ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਇਹਨਾਂ ਦੀ ਦੋਤਰੀ ਬੀਬੀ ਕੁਲਭੂਸ਼ਣ ਕੌਰ ਜੀ ਆਪ ਜੀ ਨੂੰ ਅੰਮ੍ਰਿਤਮੈ ਪ੍ਰਸੰਗ ਦੁਆਰਾ ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਦੇ ਪਿਤਰ ਪਾਵਨ ਇਤਿਹਾਸਕ ਦਰਸ਼ਨ ਕਰਾਉਣਗੇ। ਆਓ ਸਤਿਗੁਰੂ ਦੇ ਦਰ ਤੋਂ ਇਹ ਦਾਤ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਚ
ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਅੱਜ ਸਾਡੇ ਮੁਕਤੀ ਦਾਤੇ ਸੱਚੇ ਸੱਜਣ, ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਹੁਣ ਵਾਹਿਗੁਰੂ ਜੀ ਨੇ ਧਰਤੀ ਤੇ ਦੁਖੀ ਇਨਸਾਨੀਅਤ ਨੂੰ ਤਾਰਨ ਵਾਸਤੇ ਐਸਾ ਗੁਰੂ ਘੱਲਿਆ, ਜਿਸ ਦੇ ਆਉਣ ਨਾਲ ਧਰਤੀ ਤੇ ਧੁੰਦ ਮਿਟ ਗਈ ਤੇ ਰੌਸ਼ਨੀ ਫੈਲ ਗਈ। ਜਿਸ ਤਰ੍ਹਾਂ ਸੂਰਜ ਦੇ ਨਿਕਲਦਿਆਂ ਹੀ ਤਾਰੇ ਛੁਪ ਜਾਂਦੇ ਹਨ। ਭਾਈ ਗੁਰਦਾਸ ਜੀ ਵੀ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜੋ ਕਰ ਸੂਰਜ ਨਿਕਲਿਆ, ਤਾਰੇ ਛਪ ਅੰਧੇਰ ਪੁਲਵਾ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਪੰਜਾਬ ਦੇ 6ਵੇਂ ਦਰਿਆ ਪਦਮ ਭੂਸ਼ਣ ਡਾਕਟਰ ਭਾਈ ਵੀਰ ਸਿੰਘ ਜੀ ਨੇ ਸਾਡੇ ਤੇ ਬੜਾ ਪਰਉਪਕਾਰ ਕੀਤਾ। ਜੋ ਇਤਿਹਾਸ ਜੰਗਾਂ ਯੁੱਧਾਂ ਵਿੱਚ ਗੁੰਮ ਹੋ ਚੁੱਕਾ ਸੀ, ਬੜੀ ਖੋਜ ਕਰਕੇ ਇਕੱਤਰ ਕੀਤਾ ਤੇ ਗੁਰਮੁਖੀ ਭਾਸ਼ਾ ਵਿੱਚ ਲਿਖਿਆ, ਤਾਂ ਕਿ ਆਮ ਲੋਕਾਂ ਨੂੰ ਸਮਝ ਆ ਜਾਵੇ। ਉਹਨਾਂ ਦੀ ਪੁਸਤਕ ਗੁਰੂ ਨਾਨਕ ਚਮਤਕਾਰ, ਜੋ 2 ਭਾਗਾਂ ਵਿੱਚ ਹੈ, ਉਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼, ਉੱਚ ਜੀਵਨ ਤੇ ਆਦਰਸ਼ਾਂ ਦਾ ਵਰਣਨ ਹੈ। ਉਹਨਾਂ ਦੀ ਪੁਸਤਕ ਗੁਰੂ ਨਾਨਕ ਚਮਤਕਾਰ ਭਾਗ 2 ਉੱਤਰਾਰਧ ਵਿੱਚ ਇੱਕ ਪ੍ਰਸੰਗ ਹੈ, ਕਰਤਾਰਪੁਰ ਬੱਧਾ, ਜਿੱਥੇ ਗੁਰੂ ਜੀ ਨੇ 17-18 ਸਾਲ ਰਹਿ ਕੇ ਅਨੇਕਾਂ ਰੂਹਾਂ ਦਾ ਉਧਾਰ ਕੀਤਾ। ਇੱਥੇ ਹੀ ਦੋ ਰਾਣੀ ਦਾ ਵੀ ਉਧਾਰ ਹੋਇਆ, ਜਿਸ ਦਾ ਵਰਣਨ ਇਸ ਤਰ੍ਹਾਂ ਹੈ। ਦੁਪਹਿਰਾਂ ਦਾ ਸਮਾਂ ਹੈ, ਠੰਡੀ ਠੰਡੀ ਹਵਾ ਚੱਲ ਰਹੀ ਹੈ। ਇਸ ਵੇਲੇ ਇੱਕ ਜੱਟੀ ਰਾਵੀ ਦੇ ਕਿਨਾਰੇ ਲਾਗ ਇੱਕ ਦਰਖਤ ਹੇਠਾਂ ਬੈਠੀ ਹੈ। ਇਹ ਲੰਬੇ ਕੱਦ ਵਾਲੀ ਜਵਾਨ ਇਸਤਰੀ ਕਿਸੇ ਮਿੱਠੀ ਸੁਰ ਵੱਲ ਧਿਆਨ ਲਾ ਕੇ ਬੈਠੀ ਹੈ। ਇਸਨੇ ਕੋਈ ਵਿਦਿਆ ਪੜ੍ਹਾਈ ਨਹੀਂ ਕੀਤੀ, ਪਰ ਉਸਨੂੰ ਪਰਖ ਸਮਝ ਆਂਦੀ ਹੈ। ਸੋਚਦੀ ਹੈ, ਇਹ ਸਾਈਂ ਲੋਕ ਕੌਣ ਹਨ? 3 ਦਿਨ ਦੇ ਇੱਥੇ ਬੈਠੇ ਹਨ, ਗਾਉਂਦੇ ਤੇ ਸਾਜ਼ ਵਜਾਉਂਦੇ ਹੀ ਦੇਖੇ ਹਨ। ਮੈਂ ਵੀ ਵਿਆਹਾਂ ਤੇ ਗਾਉਂਦੀ ਰਹੀ ਹਾਂ, ਸੁਹਾਗ ਘੋੜੀਆਂ, ਪਰ ਇਹਨਾਂ ਦਾ ਗਾਣਾ ਤਾਂ ਜਾਦੂ ਹੈ। ਸ਼ਾਇਦ ਇਹ ਸਾਡੇ ਵਰਗੇ ਮਨੁੱਖ ਨਹੀਂ ਹਨ, ਕਿਤੋਂ ਉੱਪਰੋਂ ਦੇਵਤੇ ਆਏ ਹਨ, ਪਰ ਜਦੋਂ ਗਾਉਂਦੇ ਹਨ ਤਾਂ ਇੰਨਾ ਸਵਾਦ ਆਉਂਦਾ ਹੈ, ਮੈਂ ਪੱਥਰ ਬਣ ਕੇ ਸੁਣਦੀ ਰਹਿੰਦੀ ਹਾਂ। ਮੈਂ ਅਨਪੜ੍ਹ ਮੂਰਖ ਪਸ਼ੂਆਂ ਵਰਗੇ ਸਾਡੇ ਕੰਮ ਕਿਸ ਤਰ੍ਹਾਂ ਪੁੱਛਾਂ ਕਿ ਤੁਸੀਂ ਕੌਣ ਹੋ? ਫਿਰ ਹਿੰਮਤ ਕਰਕੇ ਨੇੜੇ ਗਈ ਤਾਂ ਇੱਕ ਸੂਰਤ ਕੋਲ ਜਾ ਕੇ ਪੁੱਛਿਆ, ਤੁਸੀਂ ਕੌਣ ਹੋ? ਕਿੱਥੋਂ ਆਏ ਹੋ? ਵਜੰਤਰੀ ਬੋਲਿਆ, ਮੈਂ ਰੱਬ ਦਾ ਬੰਦਾ ਹਾਂ, ਤੁਹਾਡੇ ਵਰਗਾ। ਫਿਰ ਜੱਟੀ ਬੋਲੀ, ਪਰ 3 ਦਿਨ ਤੋਂ ਮੈਂ ਦੇਖਿਆ ਤੁਸੀਂ ਕੁਝ ਖਾਧਾ ਨਹੀਂ, ਨਾ ਅੱਗ ਬਲਦੀ ਵੇਖੀ। ਵਜੰਤਰੀ ਬੋਲਿਆ, ਮੈਂ ਤਾਂ ਕਈ ਵਾਰ ਦਰਸ਼ਨ ਦੇ ਆਸਰੇ ਹੀ ਝੱਟ ਲਗਾ ਲੈਂਦਾ ਹਾਂ, ਪਰ ਮੇਰੇ ਦਾਤਾ ਜੀ ਤਾਂ ਸ਼ਬਦ ਦੇ ਆਧਾਰ ਤੇ ਹੀ ਰਹਿੰਦੇ ਹਨ। ਫਿਰ ਜੱਟੀ ਬੋਲੀ, ਤੁਸੀਂ ਸਾਡੇ ਦੇਸ਼ ਦੇ ਨਹੀਂ ਹੋ। ਵਜੰਤਰੀ ਬੋਲਿਆ, ਨਹੀਂ, ਅਸੀਂ ਸਭ ਕੁਝ ਖਾਂਦੇ ਪੀਂਦੇ ਹਾਂ, ਰੋਟੀ ਦੁੱਧ ਮੱਖਣ ਆਦਿ। ਜੇ ਮਿਲ ਜਾਂਦਾ ਹੈ ਤਾਂ ਖਾ ਲਈਦਾ ਹੈ, ਨਹੀਂ ਤਾਂ ਇਸ ਤਰ੍ਹਾਂ ਹੀ ਸਮਾਂ ਲੰਘ ਜਾਂਦਾ ਹੈ। ਹੁਣ ਜੱਟੀ ਘਰ ਗਈ, ਗੜਵੇ ਵਿੱਚ ਦੁੱਧ ਤੇ ਨਾਲ ਸ਼ੱਕਰ ਲੈ ਕੇ ਆ ਗਈ। ਬਾਬਾ ਨਾਨਕ ਸ਼ਬਦ ਗਾ ਰਹੇ ਸਨ। ਉਹ ਚੁੱਪਚਾਪ ਬੈਠ ਕੇ ਸੁਣਨ ਲੱਗੀ। ਐਸੀ ਜਾਦੂਗਰੀ ਵਰਗਾ ਕੀਰਤਨ ਉਸ ਕਦੀ ਸੁਣਿਆ ਨਹੀਂ ਸੀ। ਹੁਣ ਭੋਗ ਪੈ ਗਿਆ। ਬਾਬਾ ਨਾਨਕ ਦੀ ਨਜ਼ਰ ਕਾਕੀ ਤੇ ਪੈ ਗਈ। ਬੋਲੇ, ਕਾਕੀ, ਇਹ ਕੀ ਆਂਦਾ ਹੈ? ਬੋਲੀ, ਦਾਤਾ ਜੀ, ਉਹ ਦੁੱਧ ਤੇ ਸ਼ੱਕਰ ਹੈ। ਗੁਰੂ ਜੀ ਬੋਲੇ, ਤੁਸੀਂ ਪੀਓ, ਦੁੱਧ ਪੁੱਤ ਦੇ ਭੁੱਖ ਵਾਲੇ। ਸੋਚਣ ਲੱਗੀ, ਠੀਕ ਕਹਿੰਦੇ ਨੇ, ਭੁੱਖੇ ਤਾਂ ਅਸੀਂ ਹਾਂ ਜੋ ਹਰ ਵੇਲੇ ਦੁੱਧ ਪੁੱਤ ਮੰਗਦੇ ਹਾਂ। ਫਿਰ ਬੋਲੀ, ਮੈਨੂੰ ਤਾਂ ਜੋ ਇਹ ਕੀਰਤਨ ਕੀਤਾ ਹੈ, ਇਹੀ ਸਵਾਦ ਪਿਲਾਓ, ਮੇਰੀ ਤਾਂ ਬਸ ਇਹੀ ਭੁੱਖ ਹੈ। ਗੁਰੂ ਜੀ ਬੋਲੇ, ਮਰਦਾਨਿਆ, ਤੂੰ 3 ਦਿਨ ਤੋਂ ਕੁਝ ਨਹੀਂ ਖਾਧਾ, ਤੂੰ ਦੁੱਧ ਪੀ ਲੈ। ਭਾਈ ਮਰਦਾਨਾ ਜੀ ਬੋਲੇ, ਪਹਿਲੇ ਆਪ ਪੀਓ, ਫਿਰ ਮੈਂ ਵੀ ਘੁੱਟ ਲੈ ਲੈਸਾਂ। ਬਾਬਾ ਨਾਨਕ ਜੀ ਬੋਲੇ, ਅੱਛਾ। ਕਾਕੀ ਨੇ ਦੁੱਧ ਵਿੱਚ ਸ਼ੱਕਰ ਪਾਈ ਤੇ ਛੰਨਾ ਗੁਰੂ ਜੀ ਅੱਗੇ ਰੱਖ ਦਿੱਤਾ। ਗੁਰੂ ਜੀ ਦੁੱਧ ਪੀਤਾ ਤੇ ਕਿਹਾ ਕਿ ਕਾਕੀ ਬੋਲ ਵਾਹਿਗੁਰੂ। ਇਹ ਕਹਿਣ ਦੀ ਦੇਰ ਸੀ ਕਿ ਉਸ ਦੇ ਲੂਹਾਂ ਵਿੱਚ ਵਾਹਿਗੁਰੂ ਵਸ ਗਿਆ। ਜੀਭ ਤੋਂ ਨਿਕਲਿਆ ਵਾਹਿਗੁਰੂ। ਇਹ 4 ਅੱਖਰ ਅੰਦਰ ਵਸ ਗਏ, ਅੰਦਰ ਵੜ ਗਏ। ਉਸ ਦੇ ਅੰਦਰੋਂ ਇੱਕ ਪਰਦਾ ਲੈ ਗਿਆ। ਅੰਦਰ ਜੋਤ ਵਾਂਗੂ ਰੋਸ਼ਨੀ ਹੋ ਗਈ। ਵਾਹਿਗੁਰੂ ਵਾਹਿਗੁਰੂ ਜਪਤੀ ਘਰ ਆ ਗਈ।
ਹੁਣ ਇੱਕ ਸਵਾਦ ਤੇ ਰਸ ਵਿੱਚ ਰਹਿੰਦੀ ਹੈ। ਹੁਣ ਰੋਜ਼ ਗੁਰੂ ਜੀ ਵਾਸਤੇ ਦੁੱਧ ਵੀ ਲੈ ਕੇ ਜਾਂਦੀ ਹੈ। ਉਸਦੇ ਘਰ ਵਾਲੇ ਦੋਦੇ ਨੂੰ ਕਿਸੇ ਕਿਹਾ ਕਿ ਤੇਰੀ ਵਹੁਟੀ ਦੁਪਹਿਰੇ ਦੁੱਧ ਦਾ ਗੜਵਾ ਲੈ ਕੇ ਕਿਤੇ ਨਿਕਲ ਜਾਂਦੀ ਹੈ ਤੇ ਸ਼ਾਮ ਤੱਕ ਵਾਪਸ ਆਂਦੀ ਹੈ। ਦੋਦੇ ਕੋਲ ਥੋੜੀ ਜਿਹੀ ਜ਼ਮੀਨ ਸੀ, ਇੱਕ ਦੋ ਡੰਗਰ ਵੀ ਸਨ, ਪਰ ਬਹੁਤ ਵੱਡਾ ਜ਼ਿਮੀਂਦਾਰ ਨਹੀਂ ਸੀ। ਗੁਜ਼ਾਰਾ ਠੀਕ ਠਾਕ ਚੱਲ ਜਾਂਦਾ ਸੀ। 5-7 ਸਾਲ ਵਿਆਹ ਨੂੰ ਵੀ ਹੋ ਗਏ ਸਨ, ਪਰ ਕੋਈ ਔਲਾਦ ਨਹੀਂ ਸੀ। ਸ਼ੱਕ ਬੜੀ ਬੁਰੀ ਚੀਜ਼ ਹੈ, ਪਰ ਉਹ ਵਹੁਟੀ ਨਾਲ ਬੜਾ ਹਿੱਤ ਰੱਖਦਾ ਸੀ। ਸੋ ਉਸ ਗੁੱਸਾ ਨਾ ਖਾਦਾ, ਪਰ ਸੋਚਿਆ ਕਿ ਵਹੁਟੀ ਦਾ ਪਿੱਛਾ ਕਰਾਂ ਤਾਂ ਪਤਾ ਚੱਲ ਜਾਵੇਗਾ। ਸੋ ਜਦੋਂ ਦੁੱਧ ਦਾ ਗੜਵਾ ਲੈ ਕੇ ਨਿਕਲੀ ਤਾਂ ਵੀ ਛੁਪਦਾ ਛੁਪਾਉਂਦਾ ਉਸਦੇ ਪਿੱਛੇ ਚੱਲ ਪਿਆ। ਦੋਦੋ ਰਾਣੀ ਨੇ ਦੁੱਧ ਦਾ ਗੜਵਾ ਰੱਖ ਕੇ ਤੇ ਸ਼ੁਕਰ ਮਿਲਾ ਕੇ ਗੁਰਾਂ ਤੇ ਭਾਈ ਮਰਦਾਨੇ ਦੇ ਅੱਗੇ ਹਾਜ਼ਰ ਕੀਤਾ। ਦੁੱਧ ਪੀ ਕੇ ਭਾਈ ਮਰਦਾਨੇ ਨੇ ਰਬਾਬ ਛੇੜ ਦਿੱਤੀ। ਕੀਰਤਨ ਸੁਣ ਕੇ ਦੋਦਾ ਮਸਤ ਹੋ ਗਿਆ ਤੇ ਪਿੱਛੇ ਦਰਖਤ ਤੇ ਬੈਠਾ ਰਿਹਾ। ਗੁਰੂ ਨਾਨਕ ਜੀ ਆਖਿਆ, ਕਾਕੀ, ਉਹ ਜੋ ਦਰਖਤ ਦੇ ਪਿੱਛੇ ਬੈਠਾ ਹੈ ਉਸ ਨੂੰ ਬੁਲਾ ਲਿਆ। ਜਾਂ ਉੱਥੇ ਗਈ ਤਾਂ ਦੇਖਿਆ ਘਰ ਵਾਲਾ ਹੈ। ਬੋਲੀ, ਲੁਕ ਕੇ ਕਿਉਂ ਬੈਠਾ ਹੈ? ਉਹ ਤਾਂ ਹਰ ਦਿਲ ਦੀ ਜਾਣਦੇ ਹਨ, ਅੰਤਰਜਾਮੀ ਹਨ। ਦੋਦੇ ਤੇ ਕੀਰਤਨ ਦਾ ਅਸਰ ਹੋ ਗਿਆ ਸੀ। ਨਾਲ ਉਹ ਖੁਸ਼ ਸੀ ਕਿ ਉਸਦੀ ਵਹੁਟੀ ਸੰਤਾਂ ਫਕੀਰਾਂ ਦੀ ਸੇਵਾ ਕਰਦੀ ਹੈ। ਸ਼ਰਮਾਂਦਾ ਹੋਇਆ ਆਇਆ ਤੇ ਚਰਨਾਂ ਤੇ ਮੱਥਾ ਟੇਕਿਓਸ। ਗੁਰੂ ਜੀ ਕਿਹਾ, ਮੰਗ, ਜੋ ਚਾਹੇ ਸੋ ਦੇ ਦੇਈਏ। ਪਰ ਉਸ ਦਿਨ ਉਸਨੇ ਕੁਝ ਨਾ ਮੰਗਿਆ। ਘਰ ਜਾ ਕੇ ਵਹੁਟੀ ਨੂੰ ਕਿਹਾ ਕਿ ਮੈਂ ਤਾਂ ਦੁੱਧ ਪੁੱਤ ਮੰਗਾਂਗਾ। ਉਸ ਬੜਾ ਸਮਝਾਇਆ ਕਿ ਇਹ ਸਭ ਇੱਥੇ ਰਹਿ ਜਾਣਾ ਹੈ। ਜੋ ਅੰਮ੍ਰਿਤ ਦਾਤ ਮੈਨੂੰ ਮਿਲੀ ਹੈ ਉਹ ਹੀ ਮੰਗ, ਪਰ ਨਾ ਮੰਨਿਆ। ਅਗਲੇ ਦਿਨ ਜਾ ਗੁਰੂ ਜੀ ਕਿਹਾ, ਮੈਂ ਦੁੱਧ ਪੁੱਤੋਂ ਉਣਾ ਹਾਂ। ਲੋਕਾਂ ਦੇ ਘਰ 10-10 ਮੱਝੀਆਂ ਹਨ, ਸੈਂਕੜੇ ਕੁਮਾਰ ਜ਼ਮੀਨਾਂ ਤੇ ਗਾਵਾਂ ਹਨ। ਮੇਰਾ ਤਾਂ ਮਸੇ ਗੁਜ਼ਾਰਾ ਚੱਲਦਾ ਹੈ। ਗੁਰੂ ਜੀ 3 ਵਾਰੀ ਕਿਹਾ, ਕੁਝ ਹੋਰ ਵੀ ਮੰਗ, ਪਰ ਉਸ ਦੁੱਧ ਪੁੱਤ ਹੀ ਮੰਗਿਆ। ਗੁਰੂ ਜੀ ਹੱਸੇ, ਜਦੋਂ ਮਾਇਆ ਵੱਲੋਂ ਰੱਜ ਜਾਏਗਾ ਤਦ ਫਿਰ ਤੈਨੂੰ ਵੈਰਾਗ ਲੱਗੇਗਾ। ਦੋਦੋ ਰਾਣੀ ਦੇ ਸਤਸੰਗ ਕਰਕੇ ਤੈਨੂੰ ਨਾਮ ਵੀ ਫੁਰੇਗਾ। ਦੋਦੋ ਰਾਣੀ ਤਾਂ ਹੁਣ ਸੱਚਮੁੱਚ ਸੂਰਤ ਵਿੱਚ ਰਾਣੀ ਹੋ ਚੁੱਕੀ ਸੀ। ਗੁਰੂ ਦਾ ਵਾਕ ਹਮੇਸ਼ਾ ਸੱਚ ਹੁੰਦਾ ਹੈ। 2-4 ਦਿਨਾਂ ਬਾਅਦ ਦੋਦੇ ਦਾ ਚਾਚਾ ਸਭ ਕੁਝ ਤਿਆਗ ਕੇ ਸਾਧੂ ਬਣ ਗਿਆ ਤੇ 100 ਕੁਮਾ ਜ਼ਮੀਨ, ਮੱਝਾਂ ਗਾਵਾਂ, 3 ਜੋੜੀਆਂ ਬਲਦਾਂ ਦੀਆਂ ਦੇ ਗਿਆ। ਹੁਣ ਦੁੱਧ ਤਾਂ ਝੱਟ ਦੋਦੇ ਦੇ ਘਰ ਆ ਗਿਆ। ਹੌਲੀ ਹੌਲੀ ਪਿੰਡ ਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਕੋਈ ਪੀਰ ਆਏ ਹਨ ਜੋ ਕਹਿੰਦੇ ਹਨ ਸੱਚ ਹੋ ਜਾਂਦਾ ਹੈ। ਕੋਈ ਆਪਣੇ ਦੁੱਖਾਂ ਦੀ ਨਿਵਰਤੀ ਲਈ, ਕੋਈ ਵਰ ਲੈਣ ਲਈ, ਕੋਈ ਬਿਮਾਰੀ ਠੀਕ ਕਰਾਉਣ ਲਈ ਆਣ ਲੱਗੇ। ਗੁਰੂ ਜੀ ਸਭ ਨੂੰ ਮਿਲਦੇ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕਰਦੇ। ਜਸ ਇੰਨਾ ਫੈਲਿਆ ਕਿ ਦੂਰੋਂ ਦੂਰੋਂ ਪਿੰਡਾਂ ਤੋਂ ਵੀ ਲੋਕੀ ਆਉਣ ਲੱਗ ਪਏ। ਹੁਣ ਦੋਦੇ ਨੇ ਗੁਰੂ ਜੀ ਲਈ ਇੱਕ ਕੋਠੀ ਤੇ ਛੱਪਰ ਵੀ ਪਾ ਦਿੱਤਾ। ਗੁਰੂ ਜੀ ਬੋਲੇ, ਸਾਨੂੰ ਤਾਂ ਖੁੱਲੇ ਅਸਮਾਨ ਦਾ ਛੱਪਰ ਸਾਡੇ ਸਿਰ ਤੇ ਹੈ, ਫਿਰ ਇਹ ਕਿਸ ਕਾਸ ਲਈ ਬਣਾ ਰਿਹਾ ਹੈ? ਦੋਦੇ ਆਖਿਆ, ਠੰਡ ਪੈਣ ਲੱਗ ਪਈ ਹੈ, ਤੁਸੀਂ ਤਾਂ ਅਰਸ਼ਾਂ ਦੇ ਮਾਲਕ ਹੋ, ਪਰ ਜੋ ਸੰਗਤਾਂ ਆਉਂਦੀਆਂ ਹਨ ਉਹਨਾਂ ਲਈ ਥੋੜਾ ਜਿਹਾ ਉਦਮ ਕੀਤਾ ਹੈ। ਗੁਰੂ ਜੀ ਹੱਸ ਕੇ ਬੋਲੇ, ਦੋਦਿਆ, ਤੇਰੇ ਅੰਦਰ ਵੀ ਸੰਗਤਾਂ ਦਾ ਪ੍ਰੇਮ ਪੈਦਾ ਹੋ ਗਿਆ ਹੈ। ਹੁਣ ਤੈਨੂੰ ਨਾਮ ਦਾ ਰੰਗ ਵੀ ਲੱਗੇਗਾ। ਹੁਣ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਵੇ, ਦੁਪਹਿਰੇ ਬਿਲਾਵਲ, ਸ਼ਾਮ ਨੂੰ ਸੋਦਰ ਤੇ ਆਰਤੀ, ਰਾਤੀ ਸੋਹਿਲਾ ਸਾਹਿਬ, ਹਰ ਵੇਲੇ ਰੰਗ ਲੱਗਾ ਰਹੇ। ਦੋਦੇ ਨੇ ਹੁਣ ਛੱਪਰ ਪਾ ਕੇ ਕੀਰਤਨ ਵਾਸਤੇ ਵੀ ਜਗ੍ਹਾ ਬਣਾ ਲਈ। ਇੱਕ ਹੋਰ ਛੱਪਰ ਪਾਇਆ ਜਿੱਥੇ ਲੰਗਰ ਬਣੇ ਤੇ ਸੰਗਤਾਂ ਦੇ ਆਰਾਮ ਵਾਸਤੇ ਵੀ ਵੱਖਰੀ ਜਗ੍ਹਾ ਬਣਾ ਦਿੱਤੀ। ਲੋਕ ਸੱਚਾ ਤੇ ਸੁੱਚਾ ਜੀਵਨ ਜੀਣ ਲੱਗ ਪਏ। ਸਭ ਵਾਹਿਗੁਰੂ ਵਾਹਿਗੁਰੂ ਜਪਣ। ਹੁਣ ਉਸ ਵੇਲੇ ਦੇ ਕਾਜੀ ਮੁੱਲਾ ਪੁਜਾਰੀਆਂ ਨੂੰ ਫਿਕਰ ਪੈ ਗਿਆ ਕਿ ਸਾਡੇ ਧਰਮ ਨੂੰ ਖਤਰਾ ਹੈ। ਉਹਨਾਂ ਨੇ ਉਸ ਵੇਲੇ ਦੇ ਹਾਕਮ ਕਰੋੜੀ ਚੰਦ ਨੂੰ ਜਾ ਸ਼ਿਕਾਇਤ ਕੀਤੀ ਕਿ ਮੁਸਲਮਾਨ ਨਮਾਜ਼ ਨਹੀਂ ਪੜ੍ਹਦੇ, ਹਿੰਦੂ ਜਨੇਊ ਤਿਆਗ ਰਹੇ ਨੇ ਤੇ ਠਾਕੁਰ ਪੂਜਾ ਨਹੀਂ ਕਰਦੇ, ਬਸ ਧੰਨ ਗੁਰੂ ਤੇ ਵਾਹਿਗੁਰੂ ਕਹਿੰਦੇ ਹਨ। ਹੁਣ ਕਰੋੜੀਆ ਗੁਰੂ ਜੀ ਨੂੰ ਕੈਦ ਕਰਨ ਲਈ ਚੱਲ ਪਿਆ। ਘੋੜੇ ਤੇ ਬੈਠਾ ਤੇ ਘੋੜਾ ਉਛਲਿਆ ਤੇ ਡਿੱਗ ਪਿਆ ਤੇ ਲੱਤ ਟੁੱਟ ਗਈ। ਜਦੋਂ ਠੀਕ ਹੋਇਆ ਤਾਂ ਫਿਰ ਗੁਰੂ ਜੀ ਵੱਲ ਚੱਲ ਪਿਆ। ਘੋੜੇ ਤੇ ਬੈਠਾ ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਜਦੋਂ ਘੋੜਾ ਪਿੱਛੇ ਵੱਲ ਨੂੰ ਟੁਰੇ ਤੇ ਠੀਕ ਹੋ ਜਾਵੇ
ਇਸ ਤਰ੍ਹਾਂ 3-4 ਵਾਰੀ ਹੋਇਆ। ਦੋਦੇ ਖੇਤ ਵਿੱਚ ਕੰਮ ਕਰ ਰਹੇ ਸਨ ਤੇ ਦੇਖ ਰਹੇ ਸਨ ਕਿ ਗੁਰੂ ਨਾਨਕ ਦੀ ਕਲਾ ਵਰਤ ਰਹੀ ਹੈ। ਦੋਦੋ ਰਾਣੀ ਨੇ ਅੱਗੇ ਵਧ ਕੇ ਉਸ ਨੂੰ ਕਿਹਾ, ਘੋੜੇ ਤੇ ਬੈਠਾ ਅੰਨਾ ਹੋ ਰਿਹਾ ਹੈ, ਜਾ ਕੇ ਬਾਬੇ ਦੀ ਸ਼ਰਨ ਲੈ, ਉਹ ਤਾਂ ਤੁਰੋਂ ਆਪ ਆਇਆ ਹੈ। ਅੱਖਾਂ ਦੀ ਨਜ਼ਰ ਬੜਾ ਵੱਡਾ ਵਰਦਾਨ ਹੈ। ਤਾਂ ਕਰੋੜੀਆ ਬੋਲਿਆ ਕਿ ਮੈਂ ਕੀ ਕਰਾਂ। ਦੋਦੋ ਰਾਣੀ ਬੋਲੀ, ਧੰਨ ਗੁਰੂ ਨਾਨਕ ਕਹੀ ਜਾ ਤੇ ਘੋੜੇ ਤੋਂ ਹੇਠਾਂ ਉਤਰ ਕੇ ਪੈਦਲ ਜਾ। ਜਦ ਦਰਸ਼ਨ ਕਰਦਿਆਂ ਸਾਰ ਉਸਨੂੰ ਚੱਕਰ ਆਇਆ। ਇੰਨੀ ਰੋਸ਼ਨੀ ਉਸਨੇ ਕਦੀ ਦੇਖੀ ਨਹੀਂ ਸੀ। ਜਾ ਚਰਨਾਂ ਤੇ ਡਿੱਗਾ। ਬਸ ਅੰਦਰੋਂ ਸਾਹ ਬੋਲਣ ਲੱਗ ਗਏ, ਵਾਹਿਗੁਰੂ ਵਾਹਿਗੁਰੂ। ਕਰੋੜੀਏ ਨੂੰ ਬਾਬੇ ਨੇ ਨਿਹਾਲ ਕਰ ਦਿੱਤਾ। ਜੋ ਗੁਰੂ ਜੀ ਨੂੰ ਮਾਰਨ ਆਇਆ ਸੀ, ਉਹ ਹੁਣ ਧੰਨ ਗੁਰੂ ਨਾਨਕ ਬੋਲਦਾ ਬੋਲਦਾ ਸਿੱਖ ਬਣ ਗਿਆ। ਹੁਣ ਇਹ ਗੱਲ ਸਾਰੇ ਪਾਸੇ ਫੈਲ ਗਈ। ਕਰੋੜੀਆ ਹੁਣ ਧਰਮ ਦੇ ਰਾਹ ਤੇ ਚੱਲ ਪਿਆ। ਉਸਨੇ ਦੀਵਾਨ ਵਾਸਤੇ ਪੱਕੀ ਧਰਮਸਾਲ ਬਣਵਾਈ। ਸੰਗਤਾਂ ਦੇ ਠਹਿਰਨ ਵਾਸਤੇ ਕਈ ਟਿਕਾਣੇ ਬਣਾਏ। ਇਹ ਉਹ ਪਾਵਨ ਧਰਤੀ ਸੀ ਜਿੱਥੇ ਗੁਰੂ ਜੀ ਨੇ ਟਿਕਾਣਾ ਕੀਤਾ। ਫਿਰ ਜਿੰਨੀਆਂ ਉਦਾਸੀਆਂ ਹੋਈਆਂ ਇਸੇ ਥਾਂ ਤੋਂ ਟੁਰੇ ਤੇ ਇੱਥੇ ਹੀ ਆ ਕੇ ਟਿਕਦੇ। ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ, ਆਸਾ ਦੀ ਵਾਰ ਦਾ ਕੀਰਤਨ ਤੇ ਸ਼ਾਮਾਂ ਨੂੰ ਸੋਦਰ ਦੀ ਚੌਕੀ ਤੇ ਆਰਤੀ ਦੀ ਰੌਰੀਤ ਟੁਰਦੀ ਰਹੀ। ਖੁੱਲਾ ਲੰਗਰ ਸਭ ਤੋਂ ਪਹਿਲੇ ਇੱਥੇ ਹੀ ਟੁਰਿਆ। ਸਭ ਤੋਂ ਉੱਚਾ ਨਾਮਦਾਨ ਦਾ ਪ੍ਰਸ਼ਾਦ ਵਰਤਿਆ, ਜੋ ਦੂਰੋਂ ਦੂਰੋਂ ਆ ਕੇ ਸੰਗਤਾਂ ਲਾਹਾ ਲੈਂਦੀਆਂ। ਕਰੋੜੀਏ ਨੂੰ ਸਰਕਾਰੀ ਕਾਗਜ਼ਾਂ ਤੇ ਇਹ ਜ਼ਮੀਨ ਗੁਰੂ ਜੀ ਨੇ ਬਿਤ ਦਾਖਲ ਕੀਤੀ। ਜਿੱਥੇ ਗੁਰੂ ਜੀ ਟਿਕੇ ਸਨ, ਇਸ ਦਾ ਨਾਮ ਕਰਤਾਰਪੁਰ ਧਰਿਆ। ਰਾਵੀ ਨਦੀ ਦੇ ਪੱਛਮੀ ਕੰਢੇ ਤੇ ਇਹ ਸ਼ਹਿਰ ਹੈ। ਇਹ 1947 ਦੀ ਵੰਡ ਵੇਲੇ ਪਾਕਿਸਤਾਨ ਵਿੱਚ ਰਹਿ ਗਿਆ ਹੈ। ਦੋਦੇ ਦੇ ਘਰ ਪੁੱਤਰ ਵੀ ਹੋਏ। ਉਸ ਪਿੰਡ ਦਾ ਨਾਮ ਦੋਦਾ ਹੀ ਸੰਦੌਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ, ਦੇਖੋ ਗੁਰੂ ਨਾਨਕ ਦੀ ਅਚਰਜ ਵਡਿਆਈ, ਬੁਰਾ ਕਰਨ ਆਇਆ ਸੀ ਮਿੱਥ ਕੇ, ਗੁਰੂ ਨੇ ਬੁਰਾ ਨਾ ਕੀਤਾ, ਬਖਸ਼ ਬੁਰਾਈ ਨੇਕੀ ਕੀਤੀ, ਭਵਜਲ ਸੋ ਪਾਰ ਕੀਤਾ। ਬੁਰੇ ਨਾਲ ਸਭ ਬੁਰਾ ਕਰੇਂਦੇ, ਮਾਫ ਕਰਨ ਕੇ ਸਿਆਣੇ, ਬੁਰੇ ਨਾਲ ਕੀ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਧੰਨ ਗੁਰੂ ਨਾਨਕ ਤੂੰ ਹੈ, ਧੰਨ ਗੁਰੂ ਨਾਨਕ ਤੂੰ ਹੈ, ਧੰਨ ਹੈ ਧੰਨ ਹੈ ਧੰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪ ਜੀ ਨੇ ਸਤਿਪੁਰਸ਼ਾਂ ਦੇ ਸਫਲ ਪਰਿਵਾਰ ਪਾਸੋਂ ਅੰਮ੍ਰਿਤਮੈ ਸ਼ਬਦ ਕੀਰਤਨ ਸਰਵਣ ਕੀਤੇ। ਔਰ ਅੰਮ੍ਰਿਤਮੈ ਗੁਰਪ੍ਰਸੰਗ ਦੁਆਰਾ ਗੁਰੂ ਨਾਨਕ ਸ਼ਹਿਨਸ਼ਾਹ ਦੇ ਪਿਤਰ ਪਾਵਨ ਇਤਿਹਾਸਕ ਦਰਸ਼ਨਾਂ ਦੀ ਮਿਹਰ ਮਿਲੀ। ਹੁਣ ਸਤਿਪੁਰਸ਼ਾਂ ਦੀ ਮੇਰਾ ਸਦਕਾ ਪ੍ਰਫੁੱਲਤ ਹੋ ਰਿਹਾ ਦੁਰਾਹਾ ਪਬਲਿਕ ਸਕੂਲ ਦੁਰਾਹਾ, ਜਿਸ ਨੂੰ ਵੀਰ ਸੁਖਪਾਲ ਸਿੰਘ ਜੀ, ਬੀਬੀ ਉਮਲ ਕੌਰ ਜੀ ਪਰਿਵਾਰ ਚਲਾ ਰਹੇ ਹਨ। ਔਰ ਉਸ ਸਕੂਲ ਦੀ ਇਹ ਖਾਸੀਅਤ ਹੈ ਕਿ ਸੰਸਾਰਿਕ ਵਿਦਿਆ ਦੇ ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਵੀ ਜੋੜਿਆ ਜਾਂਦਾ ਹੈ। ਇਹ ਆਪਦੇ ਸੰਤ ਪਿਤਾ ਜੀ ਦੀ ਤੀਵਰ ਇੱਛਾ ਹੁੰਦੀ ਸੀ ਔਰ ਉਸ ਇੱਛਾ ਨੂੰ ਆਪ ਪੂਰਨ ਕਰ ਰਹੇ ਹਨ। ਤੋ ਦੁਰਾਹਾ ਪਬਲਿਕ ਸਕੂਲ ਦੁਰਾਹਾ ਦੇ ਮਿਊਜ਼ਿਕ ਟੀਚਰ ਹਨ ਬੀਬੀ ਲਸ਼ਮੀਤ ਕੌਰ ਜੀ। ਆਪ ਜੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਵਾਰ ਦੁਆਰਾ ਇਹ ਸਰਵਣ ਕਰਾਉਣਗੇ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਔਰ ਇਸ ਦੇ ਨਾਲ ਹੀ ਦੁਰਾਹਾ ਪਬਲਿਕ ਸਕੂਲ ਦੁਰਾਹਾ ਦੇ ਬੱਚੇ ਬੱਚੀਆਂ ਆਪ ਨੂੰ ਕਵਿਤਾ ਸਰਵਣ ਕਰਾਉਣਗੇ। ਰੱਬੀ ਰਤੇ ਮਹਾਪੁਰਸ਼ ਗੁਰਮੁਖ ਸ੍ਰੀ ਭਾਈ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨਾ ਵਿਸਰੈ ਨਾਮ, ਸੇ ਕਨਹਿਆ ਭੇਦ ਨਾ ਜਾਣੋ ਮੂਲ ਸਾਈਂ ਜੀ। ਤੋ ਰੱਬ ਸਵਾਰੇ ਮਹਾਪੁਰਸ਼ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ, ਤਿਨਾਂ ਦੀ ਪਿਤਰ ਪਾਵਨ ਰਚਨਾ ਕੰਬਦੀ ਕਲਾਈ। ਉਸ ਦੇ ਵਿੱਚ ਕਵਿਤਾ ਹੈ, ਸਰਲੇਖ ਹੈ ਸ਼ੁਕਰਾਨਾ, ਔਰ ਅੱਖਰ ਹਨ ਕਰ ਮਨ ਸ਼ੁਕਰ, ਸ਼ੁਕਰ ਸ਼ੁਕਰਾਨਾ, ਰਹਿਮਤ ਮਿਲੀ, ਮਿਲੀ ਆ ਰਹਿਮਤ, ਰਹਿਮਤ ਦਾ ਸ਼ੁਕਰਾਨਾ। ਔਰ ਅਖੀਰਲੀਆਂ 17 ਹਨ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਸ਼ੁਕਰਾਨਾ, ਸ਼ੁਕਰਾਨਾ,
ਤੇਰੀ ਰਹਿਮਤ ਦਾ ਗੁਰੂ ਨਾਨਕ ਲੱਖ ਲੱਖ ਹੈ ਸ਼ੁਕਰਾਨਾ। ਆਓ ਸਤਿਗੁਰ ਦੇ ਦਰ ਤੋਂ ਇਹ ਦਾਤ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਭਾਈ ਗੁਰਦਾਸ ਜੀ ਦੀ ਵਾਰ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ।
ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਪੁੱਛਿਆ ਫਿਰ ਕਿ ਦਸਤ ਦੀ ਕੌਣ ਫਕੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਹੁਣ ਆਪ ਜੀ ਨੂੰ ਸਤਿਪੁਰਸ਼ਾਂ ਦੇ ਦਰ ਦੇ ਸੇਵਕ ਭਾਈ ਅਮਰਜੀਤ ਸਿੰਘ ਜੀ ਅੰਮ੍ਰਿਤਮੈ ਕਥਾ ਦੁਆਰਾ ਨਿਹਾਲ ਕਰਨਗੇ। ਸੰਨ 1970 ਵਿੱਚ ਆਪ ਜੀ ਦਾ ਪਹਿਲੀ ਵੇ ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੇ ਵਾਲਿਆਂ ਨਾਲ ਮੇਲ ਹੋਇਆ। ਸਤਿਪੁਰਸ਼ਾਂ ਦੀ ਰਸਨਾ ਤੋਂ ਬਚਨ ਉਚਾਰਨ ਹੋਏ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ। ਤੋਂ ਪਹਿਲੇ ਵੇ ਵਿੱਚ ਹੀ ਆਪਨੇ ਆਪਣੇ ਦਰ ਦਾ ਸੇਵਕ ਬਣਾ ਲਿਆ। ਆਪ ਜੀ ਨੂੰ ਅੰਮ੍ਰਿਤਮੈ ਕਥਾ ਦੁਆਰਾ ਨਿਹਾਲ ਕਰਨਗੇ। ਔਰ ਇਸ ਦੇ ਨਾਲ ਹੀ ਦੁਰਾਹਾ ਪਬਲਿਕ ਸਕੂਲ ਦੁਰਾਹਾ ਦੇ ਬੱਚੇ ਹਨ ਜੋ ਆਪ ਜੀ ਨੂੰ ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਦੀ ਤਨਾਸਰੀ ਰਾਗ ਵਿੱਚ ਉਚਾਰਨ ਆਰਤੀ ਦਾ ਪਾਵਨ ਸ਼ਬਦ ਹੈ। ਇਹ ਪਾਵਨ ਸ਼ਬਦ ਦੁਆਰਾ ਬੱਚੇ ਆਪ ਜੀ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੇਸੁਮਾਰ ਅਥਾ ਅਗਣ ਤੇ ਅਤੁਲੈ, ਜੋ ਬੁਲਾਵੋ ਕਿਉ ਨਾਨਕ ਦਾਸ ਬੋਲੇ। ਦੇਸ਼ ਪ੍ਰਦੇਸ਼ ਵਿੱਚ ਵਸ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਮਹਾਨ ਹੀ ਬਖਸ਼ਿਸ਼ ਦਾ ਦਿਨ ਹੈ। ਜਿਸ ਦਿਨ ਅਰਸ਼ਾਂ ਕੁਰਸ਼ਾਂ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ। ਉਸ ਸਮੇਂ ਜੋ ਕਲਯੁਗ ਦੇ ਵਿੱਚ ਇਹ ਵਰਤਾਰਾ ਵਰਤ ਰਿਹਾ ਸੀ, ਜ਼ੁਲਮ, ਧਰਮ, ਪਖੰਡ, ਪਾਪ ਹਾ ਹੈ ਕਰਦੀ ਸਭ ਲੁਕਾਈ ਸੀ। ਰਾਜੇ ਸ਼ੀ ਮੁਕੱਦਮ ਕੁੱਤੇ ਹੋ ਰਹੇ ਸਨ। ਸਾਰੀ ਮਹਾਰਾਜ ਦੀ ਕਾਇਨਾਤ ਦੀ ਦੁਖੀ ਹੋ ਰਹੀ ਸੀ। ਐਸੀ ਧਰਤੀ ਵੀ ਪੁਕਾਰ ਉੱਠੀ, ਇਤਨਾ ਜ਼ੁਲਮ ਸਹਿਣਾ ਔਖਾ ਹੈ। ਧਰਤੀ ਨੇ ਵੀ ਪੁਕਾਰ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਜਦੋਂ ਵੀ ਕਿਤੇ ਧਰਤੀ ਤੇ ਪਾਪ ਹੁੰਦੇ ਆਏ ਹਨ ਤਾਂ ਆਪ ਜੀ ਨੇ ਕੋਈ ਨਾ ਕੋਈ ਰੱਬ ਦਾ ਪਿਆਰਾ ਧਰਤੀ ਤੇ ਭੇਜਿਆ ਹੈ। ਆਪ ਕੋਈ ਐਸੀ ਅਕਾਲ ਪੁਰਖ ਜੀ, ਕੋਈ ਐਸੀ ਰੂਹ, ਐਸੀ ਬਖਸ਼ਿਸ਼ ਕਰੋ, ਗੁਰੂ ਪਰਮੇਸ਼ਰ ਜੀ ਨੂੰ ਭੇਜੋ ਜੋ ਆ ਕੇ ਧਰਤੀ ਤੇ ਠੰਡ ਵਰਤਾਏ, ਲੋਕਾਂ ਵਿੱਚ ਸੁੱਖ ਵਰਤਾਏ, ਸਿੱਧੇ ਰਾਹ ਪਾਏ। ਉਹ ਧਰਤੀ ਦੀ ਪੁਕਾਰ ਅਕਾਲ ਪੁਰਖ ਜੀ ਨੇ ਸੁਣੀ ਗਈ ਤੇ ਸੁਣ ਕੇ ਅਕਾਲ ਪੁਰਖ ਜੀ ਨੇ ਕੀ ਕੀਤਾ? ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇਆ, ਭੇਜਿਆ। ਗੁਰੂ ਨਾਨਕ ਸਾਹਿਬ ਕਿੱਥੇ ਸਨ ਜਿੱਥੋਂ ਭੇਜਿਆ? ਉਹ ਸਨ ਸੱਚਖੰਡ ਵਿੱਚ, ਜਿੱਥੇ ਅਕਾਲ ਪੁਰਖ ਜੀ ਆਪ ਰਹਿ ਰਹੇ ਹਨ। ਇਹ ਪੰਜ ਖੰਡ ਹਨ ਧਰਤੀ ਸ੍ਰੀ ਜਪਜੀ ਸਾਹਿਬ ਵਿੱਚ। ਮਹਾਰਾਜ ਨੇ ਸੱਚਖੰਡ ਦਾ ਜ਼ਿਕਰ ਕੀਤਾ ਹੈ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਫਿਰ ਕੀ ਲਿਖਿਆ? ਤਿੱਥੇ ਲੋ ਲੋ ਆਕਾਰ। ਉੱਥੇ ਪੰਜਾਂ ਤੱਤਾਂ ਦੇ ਆਕਾਰ ਨਹੀਂ ਹਨ। ਇੱਕ ਚਮਕਦੇ ਤਾਰਿਆਂ ਵਾਂਗੂ ਪ੍ਰਕਾਸ਼ ਹੀ ਲੋ ਲੋ ਆਕਾਰ ਦੇ ਸਰੀਰ ਹਨ। ਉੱਥੇ ਦੇਵਰੂਹਾਂ ਹਨ। ਜਿਤਨੇ ਭਗਤ ਹਨ, ਭਗਤ ਕਬੀਰ ਦੀ, ਨਾਮਦੇਵ ਜੀ, ਰਵਿਦਾਸ ਜੀ, ਜਿਤਨੇ ਭਗਤ ਹੋਏ ਹਨ, ਇਹ ਵੀ ਸੱਚਖੰਡ ਵਿੱਚ ਵਸੇ ਮਹਾਰਾਜ ਦੇ ਕੋਲ। ਉੱਥੋਂ ਹੀ ਸੱਚਖੰਡ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ ਮਾਤ ਲੋਕ ਵਿੱਚ ਠੰਡ ਵਰਤਾਉਣ ਲਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਉੱਥੇ ਆਗਿਆ ਹੋਈ ਸੀ। ਹੁਣ ਧਰਤੀ ਤੇ ਸਭ ਤੋਂ ਪਹਿਲਾਂ ਕਲਯੁਗ ਵਿੱਚ ਪਹਿਲਾ ਗੁਰੂ ਅਵਤਾਰ ਗੁਰੂ ਕੌਣ ਹੋਏਗਾ? ਪਹਿਲਾ ਰੂਪ ਗੁਰੂ ਨਾਨਕ ਹੋਵੇਗਾ। ਉੱਥੋਂ ਇਹ ਵੀ ਆਵਾਜ਼ ਆ ਗਈ, ਦੂਜਾ ਰੂਪ ਗੁਰੂ ਅੰਗਦ ਹੋਵੇਗਾ। ਤੁਰੋਂ ਹੀ ਠਾਠ ਠੜਿਆ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
ਅਕਾਲ ਪੁਰਖ ਜੀ ਵੱਲੋਂ ਭੇਜੇ ਗਏ ਰਾਏ ਭੋਜ ਦੀ ਤਲਵੰਡੀ, ਮਹਿਤਾ ਕਾਲੂ ਜੀ ਦੇ ਗ੍ਰਹਿ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ, ਜਿੱਥੇ ਕਿ ਉਹਨਾਂ ਦੀ ਇੱਕ ਪਹਿਲਾਂ ਹੀ ਬੇਬੇ ਨਾਨਕੀ 5 ਸਾਲ ਵੱਡੀ ਭੈਣ ਸੀ, ਉਸ ਗ੍ਰਹਿ ਵਿੱਚ ਮਹਾਰਾਜ ਪ੍ਰਗਟ ਹੋਏ। ਜਿੱਥੇ ਜਦੋਂ ਪ੍ਰਗਟ ਹੋਏ ਤੇ ਮਹਾਰਾਜ ਦਾ ਦੇਵੀ ਪ੍ਰਭਾਵ ਸਾਰਾ ਉਸ ਕਮਰੇ ਵਿੱਚ ਛਾ ਗਿਆ। ਚਾਹੇ ਦੌਲਤਾਂ ਦਾਈ ਸੀ, ਚਾਹੇ ਉੱਥੋਂ ਦੀਆਂ ਬੀਬੀਆਂ ਸੰਗਤਾਂ ਸਨ, ਸਾਰਿਆਂ ਵਿੱਚ ਇੱਕ ਪ੍ਰਕਾਸ਼ ਝਾਵਲੇ ਪਏ ਪ੍ਰਕਾਸ਼ ਦੇ। ਮਾਨੋ ਜੋ ਅਰਸ਼ੀ ਮੰਡਲ 'ਚ ਦਿਵ ਰੂਹਾਂ ਹਨ, ਉੱਚੀਆਂ ਬਖਸ਼ੀਆਂ ਰੂਹਾਂ, ਉਹ ਵੀ ਆਪਣੇ ਮੰਡਲ ਨੂੰ ਛੱਡ ਕੇ ਮਹਾਰਾਜ ਦਾ ਸਵਾਗਤ ਕਰਨ ਲਈ ਧਰਤੀ ਤੇ ਪਹੁੰਚੀਆਂ। ਔਰ ਧਰਤੀ ਦੇ ਵੀ ਬਾਤ ਲੋਕ ਵੀ ਜਿਤਨੇ ਜੀਵ ਰੱਬ ਨਾਲ ਜੁੜੇ ਸਨ, ਉਹ ਵੀ ਆਪਣੇ ਸਰੀਰਾਂ ਵਿੱਚੋਂ ਨਿਕਲ ਕੇ ਨਮਸਕਾਰ ਕਰਨ ਲਈ ਪਹੁੰਚੀਆਂ। ਨਮਸਕਾਰਾਂ ਸੀਸਾਂ ਲੈ ਕੇ ਫਿਰ ਆਪਣੇ ਸਰੀਰਾਂ ਵਿੱਚ ਵਾਪਸ ਗਏ। ਇਹ ਕੁਦਰਤ ਦਾ ਕ੍ਰਿਸ਼ਮਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਜੀ ਦਾ ਪ੍ਰਭਾਵ, ਸਤਿਗੁਰੂ ਨਾਨਕ ਪ੍ਰਗਟਿਆ, ਕੀ ਪ੍ਰਭਾਵ ਪਿਆ? ਮਿੱਟੀ ਧੁੰਦ ਜਗ ਚਾਨਣ ਹੋਇਆ, ਅਗਿਆਨ ਦਾ ਹਨੇਰਾ ਗੁਬਾਰ। ਹੁਣ ਪਤਾ ਲੱਗ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋਵੇਗਾ। ਗੁਰੂ ਨਾਨਕ ਆ ਗਏ ਹਨ, ਸਾਰੇ ਜਗਤ ਨੂੰ ਤਾਰਨ ਲਈ ਆਏ ਹਨ। ਸਾਰੇ ਜਗਤ ਕੱਲ ਤਾਰਨ ਗੁਰੂ ਨਾਨਕ ਆਇਆ। ਇੱਕ ਬੜੀ ਸੋਹਣੀ ਤੁਕ ਆਂਦੀ ਹੈ, ਬਿਰਧ ਕੀ ਲੈ ਕੇ ਆਇਆ ਗੁਰੂ ਨਾਨਕ? ਸਗਲ ਸਮੂਹ ਲੈ ਉਦਰੇ ਨਾਨਕ, ਜਿਨ ਪੂਰਨ ਬ੍ਰਹਮ ਪਛਾਤਾ। ਜਿਸ ਗੁਰੂ ਨਾਨਕ ਨੇ ਪੂਰਨ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਿਆ ਹੈ, ਉਹ ਹੁਣ ਬਿਰਧ ਲੈ ਕੇ ਆ ਕਿ ਸਾਰੇ ਜਗਤ ਦੀ ਕਲਿਆਣ ਕਰਨੇ ਹੈ। ਇੱਕ ਨਹੀਂ, ਮਹਾਰਾਜ ਆਪ ਜੀ ਨੂੰ ਸਾਰਨ ਪਤਾ ਹੈ, 4 ਉਦਾਸੀਆਂ, ਕਿਤੇ 5 ਵੀ ਲਿਖੀਆਂ। ਕੋਈ ਥਾਂ ਮਹਾਰਾਜ ਨੇ ਛੱਡੀ ਨਹੀਂ। ਕਿੱਥੇ ਤੱਕ ਚੀਨ, ਤਿੱਬਤ, ਹਾਂਜੀ, ਜਿੱਥੇ ਇਰਾਕ, ਸੋਚੋ, ਅਫਗਾਨਿਸਤਾਨ, ਕਿੱਥੇ ਹੈ ਹਿੰਦੁਸਤਾਨ, ਤਕਰੀਬਨ ਵਾਹਿਗੁਰੂ ਬਖਸ਼ੇ 60,000 ਮੀਲ ਦੇ ਲਗਭਗ ਮਹਾਰਾਜ ਦਾ ਪਿੰਡ ਆ ਉਸ ਸਮੇਂ ਦਾ। ਸਾਰੇ ਜਗਤ ਨੂੰ ਤਾਰਨ ਲਈ ਬਿਰਧ ਬਣ ਲਿਆ। ਬਾਲਪਣੇ ਵਿੱਚ ਐਸੇ ਚੋਜ ਕੀਤੇ ਕਿ ਸਾਰਿਆਂ, ਰੱਬ ਦੀ ਰੂਹ ਸੀ, ਰੱਬਾਂ ਨੇ ਭੇਜਿਆ। ਇਹ ਤਾਂ ਕਿਸੇ ਜੇ ਖਿਮਾ ਕਰਨੀ, ਗੁਰੂ ਨਾਨਕ ਸਾਹਿਬ ਅਸਲ ਵਿੱਚ ਆਪ ਹੀ ਰੱਬ ਹਨ। ਸਰਗੁਣ ਸਰੂਪ ਵਿੱਚ ਰੱਬ ਜੀ ਦੇ 2 ਸਰੂਪ ਹਨ, ਨਿਰਗੁਣ ਤੇ ਸਰਗੁਣ। ਨਿਰਗੁਣ ਆਪ, ਸਰਗੁਣ ਵੀ ਹੋਈ ਆਪ ਹੈ। ਜਦੋਂ ਇੱਕ ਹੈ ਨਿਰਗੁਣ ਸਰੂਪ ਵਿੱਚ ਹੈ, ਨਿਰਾ ਆਕਾਰ ਹੈ। ਸਰਗੁਣ ਰੂਪ ਵਿੱਚ ਆਕਾਰ ਹੈ। ਸਰਗੁਣ ਰੂਪ ਵਿੱਚ ਆਪ ਗੁਰੂ ਨਾਨਕ ਦਾ ਰੂਪ ਧਾਰਿਆ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆ ਗਏ ਜਗਤ ਵਿੱਚ ਰੱਬ ਜੀ, ਤੇ ਨਾਂ ਕੀ ਰੱਖ ਲਿਆ? ਜੋ ਰੂਪ ਹਰਿ ਆਪ ਗੁਰੂ ਨਾਨਕ ਕਹਾਇਆ। ਵੀ ਸਾਡਾ ਹੁਣ ਮਾਤ ਲੋਕ ਵਿੱਚ ਸਰਗੁਣ ਰੂਪ ਦੇ ਵਿੱਚ ਗੁਰੂ ਨਾਨਕ ਨਾਮ ਹੋਇਆ। ਗੁਰਮੁਖ ਭਾਈ ਸਾਹਿਬ ਜੀ ਮਹਾਰਾਜ ਨੇ ਕਲੀਅਰ ਕੀਤਾ ਹੈ ਕਿ ਇੱਕ ਰੱਬ ਦਾ ਨਿਰਗੁਣ ਸਰੂਪ ਹੈ, ਇੱਕ ਸਰੂਪ ਸਰਗੁਣ ਸਰੂਪ। ਗੁਰੂ ਨਾਨਕ ਹੀ ਰੱਬ ਦਾ ਸਰਗੁਣ ਸਰੂਪ ਹਨ। ਭਾਵ ਆਪ ਹੀ ਰੱਬ ਆ ਗਿਆ ਧਰਤੀ ਦੇ, ਸਰਗੁਣ ਸਰੂਪ ਚ ਆ ਗਿਆ। ਫਿਰ ਮਹਾਰਾਜ ਦੇ ਪ੍ਰਭਾਵ, ਛੋਟੀ ਉਮਰੇ ਹੀ ਦਾਨੀ ਸੁਭਾਵ ਹੈ। ਕੋਈ ਲੋੜਵੰਦ ਮਿਲੇ, ਜੇ ਮਹਾਰਾਜ ਦੇ ਹੱਥ ਕੜਮੰਡਲ ਹੈ ਪਾਣੀ ਦਾ, ਕਿਸੇ ਨੇ ਸਾਧੂ ਨੇ ਕਿਹਾ ਮੈਂ ਮੈਨੂੰ ਦੇ ਦਿਓ ਪਾਣੀ, ਮਹਾਰਾਜ ਨੇ ਦੇ ਦਿੱਤਾ। ਦੇਣਾ ਸੁਭਾਅ, ਇਹਨੂੰ ਉਦਾਰ ਚਿੱਤ ਕਹਿੰਦੇ ਹਨ। ਕਿਸੇ ਲੋੜਵੰਦ ਨੂੰ ਦੇਖ ਕੇ ਪਸੀਜਣਾ, ਉਸ ਤੇ ਦਇਆ ਕਰਨੀ, ਇਹ ਮਹਾਰਾਜ ਧੁਰੋਂ ਲੈ ਗਿਆ। ਇਸ ਮਹਾਰਾਜ ਦੇ ਹੱਥ ਮੁੰਦਰੀ ਹੈ। ਲੋੜਵੰਦ ਨੂੰ ਮੰਗਿਆ ਮੈਂ ਬਹੁਤ ਔਖਾ, ਮਹਾਰਾਜ ਨੇ ਮੁੰਦਰੀ ਦੇ ਦੇ। ਚਾਹੇ ਕਾਲੂ ਪਿਤਾ ਜੀ ਉਦਾਸ ਹੁੰਦੇ ਸਨ, ਮਾਇਕ ਬਿਰਤੀ ਸੀ ਥੋੜੀ, ਪਰ ਗੁਰੂ ਨਾਨਕ ਸਾਹਿਬ ਆਪਣੇ ਜੋ ਧੁਰੋਂ ਬਿਰਧ ਨਾਲ ਆਏ ਸਨ, ਉਹ ਆਪਣਾ ਬਿਰਧ ਪਾਲਦੇ ਹਨ। ਹੁਣ ਸੰਖੇਪ ਵਿੱਚ ਦਰਸ਼ਨ ਕਰਨੇ ਹਨ, ਸਮੇਂ ਨੂੰ ਸੰਕੋਚਦੇ। ਮਹਾਰਾਜ ਨੂੰ ਛੋਟੀ ਉਮਰਾਂ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ। 5 ਸਾਲ ਦੀ ਵਰੇਸ ਹੋਈ, ਪਾਂਦੇ ਕੋਲ ਪੜ੍ਹਾਉਣ ਗਿਆ ਤੇ ਮਹਾਰਾਜ ਪੜ੍ਹੇ ਨਹੀਂ, ਪਾਂਦੇ ਨੂੰ ਪੜ੍ਹਾ ਕੇ ਆਇਆ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ ਭਾਈ। ਰੱਬ ਨੇ ਜਿਹੜੀ ਜਿਸ ਵਿਦਿਆ ਨੇ ਨਾ ਜਾਣਾ ਪਾਂਦਾ, ਉਸ ਵਿਦਿਆ ਨੂੰ ਪੜ੍ਹ। ਇਹ ਵਿਦਿਆ ਇੱਥੇ ਰਹਿ ਜਾਣੀ ਹੈ। ਪਾਂਦੇ ਨੇ ਪੱਟੀ ਲਿਖੀ ਮਹਾਰਾਜ ਨੇ ਆਸਾ ਰਾਗ ਵਿੱਚ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ, ਸੇਵਤ ਰੇ ਚਿਤ ਜਨਗਾ ਲਾਗਾ ਆਇਆ ਰੰਗਾ ਸਰ। ਮਹਾਰਾਜ ਨੇ ਪੱਟੀ ਪੜ੍ਹ ਕੇ ਮਨ ਦਾ ਦੰਗ ਰਹਿ ਗਿਆ। ਜਾ ਕਾਲੂ ਜੀ ਦੇ ਮੱਥਾ ਟੇਕਿਆ, ਮਹਾਰਾਜ ਤੁਹਾਡਾ ਬੱਚਾ ਤੇ ਧੁਰੋਂ ਪੜ੍ਹਿਆ ਹੈ, ਇਸ ਨੇ ਤੇ ਮੈਨੂੰ ਪੜ੍ਹਾ ਦਿੱਤਾ ਹੈ। ਮਹਾਰਾਜ ਨੇ ਕਿਹਾ ਚਲੋ ਜੇ ਪਾਂਦੇ ਕੋਲੋਂ ਲੰਡੇ ਨਹੀਂ ਸਿੱਖੇ, ਪਹਾੜੇ ਨਹੀਂ ਸਿੱਖੇ, ਤਾਂ ਇਸ ਨੂੰ ਸੰਸਕ੍ਰਿਤ ਪੜ੍ਹਾਈ ਜਾਏ।
ਪੰਡਤ ਬ੍ਰਿਜਨਾਥ ਉਸ ਸਮੇਂ ਦਾ, ਉਸ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਔਰ ਮਹਾਰਾਜ ਧੁਰੋਂ ਪੜ੍ਹੇ ਆਇਆ ਨੇ ਬ੍ਰਿਜਨਾਥ ਨੂੰ ਪੜ੍ਹਾ ਦਿੱਤਾ। ਉਸਨੇ ਵੀ ਮਹਾਰਾਜ ਦੇ ਮਹਿਤਾ ਕਾਲੂ ਦੇ ਮੱਥਾ ਟੇਕਿਆ। ਫਿਰ ਮੁੱਲਾਂ ਕੋਲ ਪੜ੍ਹਿਆ ਫਾਰਸੀ ਲਈ। ਚਲੋ ਇਹੀ ਵਿਦਿਆ ਪੜ੍ਹ ਲੈ ਭਾਈ, ਉਹ ਦੋ ਤਾਂ ਨਹੀਂ ਪੜ੍ਹਿਆ। ਮਹਾਰਾਜ ਨੇ ਮੁੱਲਾਂ ਨੂੰ ਵੀ, ਉਹ ਬਾਣੀ ਸ਼ਬਦ ਵੀ ਹੈ, ਯਕ ਅਰਜ ਗੁਫਤਮ ਪੇਸ ਤੋਂ ਦਰਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਫਾਰਸੀ ਦਾ। ਮੁੱਲਾ ਨੇ ਵੀ ਮੱਥਾ ਟੇਕਿਆ। ਕਾਲੂ ਪਿਤਾ ਜੀ ਹੈਰਾਨ ਹਨ। ਹਰਦਿਆਲ ਜੀ ਨੇ ਟੇਵਾ ਲਾ ਕੇ ਦੱਸਿਆ ਸੀ ਇਹ ਮਹਾਂਪੁਰਖ ਹੋਏਗਾ। ਇਸ ਦੇ ਬੜੇ ਉੱਚੇ ਨਛੱਤਰ ਦੇ ਕੇ ਦੱਸਦਾ ਸੀਗਾ। ਪਰ ਮਹਿਤਾ ਕਾਲੂ ਜੀ ਪਰੇਸ਼ਾਨ, ਕਹਿੰਦੇ ਚਲੋ ਉਸ ਸਮੇਂ ਦਾ ਰਿਵਾਜ ਸੀ ਜਨੇਊ ਪਾਣਾ ਉੱਚੀ ਕੁੱਲ ਮੰਨਿਆ ਜਾਂਦਾ ਸੀ। ਹਰ ਬੁਲਾਇਆ ਪੁਰੋਹਿਤ ਨੂੰ, ਭਾਈ ਜਨੇਊ ਪਾਣਾ, ਇਕੱਠ ਕੀਤਾ। ਜਦੋਂ ਪੁਰੋਹਿਤ ਜਨੇਊ ਪਾਣ ਲੱਗਾ ਤੇ ਮਹਾਰਾਜ ਨੇ ਹੱਥ ਫੜ, ਕਹਿੰਦੇ ਪੁਰੋਹਿਤ ਜੀ ਕੀ ਕਰ ਲੱਗੇ ਹੋ? ਕਹਿੰਦੇ ਜਨੇਊ ਪਾਣ ਲੱਗੇ। ਕਹਿੰਦੇ ਕਿਉਂ? ਉੱਚੀ ਕੁੱਲ ਦੇ ਹੋ ਜਾਓਗੇ, ਗਿਣੇ ਜਾਓਗੇ। ਤਾਂ ਮਹਾਰਾਜ ਨੇ ਸੰਖੇਪ ਵਿੱਚ ਮਹਾਰਾਜ ਨੇ ਕਿਹਾ ਭਾਈ ਇਹ ਜਨੇਊ ਨਾਲ ਨਹੀਂ ਜਾਣਾ। ਜਨੇਊ ਤੇ ਉਹਦਾ ਸੱਚਾ ਜੋ ਮਹਾਰਾਜ ਨੇ ਲਿਖਿਆ ਹੈ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ। ਦਇਆ ਦੀ ਕਪਾ ਹੋਏ, ਸੰਤੋਖ ਦਾ ਸੂਤ ਹੋਵੇ, ਜਤ ਦੀਆਂ ਗੰਢਾਂ ਹੋਣ ਸੱਤ ਵਟ। ਇਹ ਦਇਆ ਸੰਤੋਖ ਜਤ ਇਹ ਨਾ ਜਾਣੇ, ਇਹ ਸਾਡੇ ਕਰਮ ਹਨ। ਜੇ ਸਾਡੇ ਕਰਮ ਮਾੜੇ ਹਨ ਤੇ ਇਹ ਜਨੇਊ ਪ੍ਰਮਾਣ ਨਹੀਂ ਹੈ। ਜਨੇਊ ਹੈ ਕਿ ਚੌਕੜ ਮੋਲਿਆ ਨਾਇਆ ਬੈ ਚੌਕੇ ਪਾਇਆ, ਚਾਰ ਕੋਡੀਆਂ ਦੇ ਲੈ ਆਏ, ਜਨੇਊ ਮੈਲਾ ਗਿਆ ਬਦਲ ਦਿਆ। ਫਿਰ ਮਾਰੇ ਕਹਿੰਦੇ ਨਾ ਭਾਈ, ਜੇ ਸੱਚ ਦਾ ਜਨੇਊ ਹੈ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕਾ ਤਾਂ ਪਾ। ਸੱਚ ਦਾ ਜਨੇਊ ਨਹੀਂ ਪਾਇਆ ਮਹਾਰਾਜ ਨੇ। ਫਿਰ ਮਹਿਤਾ ਕਾਲੂ ਜੀ ਨੇ ਕਿਹਾ ਹੁਣ ਇਹਨੂੰ ਕੋਈ ਨਾ ਕੋਈ ਕੰਮ ਲਾਣਾ ਹੈ। ਚਲੋ ਮਜੀਆਂ ਚ ਰਾ ਲਏ, ਗਊ ਵਗ ਲੈ ਦਾਂਗੇ। ਮੈਂ ਸੰਖੇਪ ਵਿੱਚ ਦਾਸ ਬੇਨਤੀ, ਛੋਟੇ ਛੋਟੇ ਪ੍ਰਸੰਗ ਹਨ ਭਾਈ ਸਾਹਿਬ ਨੇ ਬਾਲਮ ਸਾਖੀਆਂ 'ਚ ਲਿਖੇ। ਮੱਝੀਆਂ ਚਰਾਣ ਗਏ, ਆਪ ਜੀ ਨੂੰ ਪਤਾ ਹੈ ਆਪ ਤੇ ਅਕਾਲ ਪੁਰਖ ਨਾਲ ਜੁੜ ਕੇ ਲੇਟ ਜਾਂਦੇ, ਮੱਝੀਆਂ ਚਰਦੀਆਂ ਰਹਿੰਦੀਆਂ। ਜੇ ਖੇਤ ਕਿਸੇ ਦਾ ਖਾ ਗਈਆਂ, ਉਹ ਰਾਈ ਨੇ ਆ ਕੇ ਰੌਲਾ ਪਾ ਦਿੱਤਾ। ਰਾਜ ਬੁਲਾਰ ਕੋ ਸ਼ਿਕਾਇਤ ਹੋ ਗਈ ਜੀ, ਆਪ ਗੁਰੂ ਨਾਨਕ ਕਾਲੂ ਜੀ ਦਾ ਪੁੱਤਰ ਸੌਂ ਗਿਆ ਤੇ ਦੇਖੋ ਸਾਰਾ ਖੇਤ ਰੌਲਾ ਪੈ ਗਿਆ। ਅਫਜ਼ਾਨਾ ਭਰੋ ਜੀ, ਦੇਖੋ ਜੀ ਕਿੰਨਾ ਨੁਕਸਾਨ ਹੋਇਆ ਜਾ ਕੇ ਖੇਤ ਦਾ। ਦੇਖਣਗੇ ਤੇ ਖੇਤ ਹਰਿਆ ਭਰਿਆ, ਪਤਾ ਹੀ ਨਹੀਂ ਕਿਸੇ ਨੇ ਡੱਕ ਵੀ। ਹੈਰਾਨ ਹੋ ਗਿਆ ਉਹ ਆਪ ਰਾਈ ਜਿਹਦਾ ਖੇਤ ਸੀ। ਕਹਿੰਦੇ ਹੁਣੇ ਮੈਂ ਦੇਖ ਕੇ ਗਿਆ, ਖਾਦਾ ਵੇ ਹੁਣੇ ਆਇਆ, ਇਹ ਕੋਈ ਜਾਦੂਗਰ ਹੈ, ਇਹਦੀ ਦੇਖ ਕੇ ਹੀ ਇਹਨੇ ਹਰਾ ਕਰ। ਰਾਏ ਬੁਲਾਰ ਨੂੰ ਸਿਦਕ ਆ ਗਿਆ, ਇਹ ਰੱਬੀ ਰੂਪ ਹੈ, ਪੈਗੰਬਰ ਹੈ। ਇੱਕ ਦਿਨ ਮਹਾਰਾਜ ਆਰਾਮ ਕਰ ਰਹੇ ਸਨ, ਇੱਕ ਸੱਪ ਆਇਆ। ਵੇਖਿਆ ਮਹਾਰਾਜ ਦੇ ਸੀਸ ਤੇ ਮੁਖੜੇ, ਸੋਹਣੇ ਮੁਖੜੇ ਦੇ ਧੁੱਪ ਪੈ ਰਹੀ ਹੈ। ਫਨੀ ਸੱਪ ਫਨ ਖਿਲਾਰ ਕੇ ਉਸ ਤੇ ਛਾਂ ਕਰ ਦਿੱਤੀ। ਮੇਰੇ ਗੁਰੂ ਨਾਨਕ ਸੱਪ ਵੀ ਛਾਵਾਂ ਕਰਦੇ ਆ। ਰਾਏ ਬੁਲਾ ਲੰਘਿਆ, ਘੋੜੇ ਤੇ ਦੇਖਿਆ ਸੱਪ ਹੈ, ਡਰ ਗਿਆ, ਉਤਰਿਆ, ਸੱਪ ਚਲਾ ਗਿਆ। ਦੇਖਿਆ, ਹੈਰਾਨ ਹੋ ਗਿਆ ਕਿ ਮਾਏ ਤੇ ਗੁਰੂ ਨਾਨਕ ਰੱਬ ਰੂਪ ਜਿਸ ਨੂੰ ਸੱਪ ਵੀ ਛਾਇਆ ਕਰਦੇ ਹਨ। ਫਿਰ ਕੌਤਕ ਦੇਖਿਆ, ਜੋ ਦਰਖਤਾਂ ਦੇ ਪਰਛਾਵੇਂ ਉਤਰ ਗਏ ਤੇ ਜਿੱਥੇ ਮਹਾਰਾਜ ਲੇਟੇ ਸਨ ਉਹ ਦਰਖਤ ਦਾ ਪਰਛਾਵਾਂ। ਇਹ ਦੋ ਤਿੰਨ ਕੌਤਕ ਦੇਖ ਕੇ ਨਾ ਮੱਝੀਆਂ ਵਾਲਾ ਖੇਤ ਹਰਿਆ ਹੋਣਾ, ਸੱਪ ਦੀ ਛਾਇਆ, ਇਹ ਦਰਖਤ ਦੇ ਰਾਏ ਬੁਲਾਰ ਨੂੰ ਸਿਦਕ ਆ ਗਿਆ ਕਿ ਇਹ ਕੋਈ ਨੂਰ ਪੈਗੰਬਰ ਹੈ ਜੋ ਮੇਰੇ ਇਸ ਰਿਆਸਤ ਵਿੱਚ ਹੈ। ਸਿਦਕ ਵੱਜ ਗਿਆ ਉਹਦੇ ਅੰਦਰ ਗੁਰੂ ਨਾਨਕ ਦਾ। ਫਿਰ ਮਹਾਰਾਜ ਨੂੰ ਹੁਣ ਕੋਈ ਕਾਲੂ ਪਿਤਾ ਜੀ ਪਰੇਸ਼ਾਨ ਹਨ, ਮੱਝੀਆਂ ਦਾ ਵੀ ਕੰਮ ਰੁਕ ਗਿਆ ਸਾਰਾ, ਤੇ ਇਸ ਨੂੰ ਲਾਈਏ ਤੇ ਕਿਹੜੇ ਆਰੇ ਲਾਈਏ। ਫਿਰ ਸੱਚੇ ਪਾਤਸ਼ਾਹ ਜੀ ਨਾਲ ਚੁੱਪ ਚੁਪੀਤੇ ਦੇਖਿਆ ਪਿਤਾ ਜੀ ਗੁੱਸੇ ਹੁੰਦੇ ਹਨ ਤੇ ਆਰਾਮ ਕਰਦੇ ਰਹੇ। ਕਾਲੂ ਜੀ ਨੇ ਫਿਕਰ ਲੱਗ ਗਿਆ ਕਿ ਪਤਾ ਨਹੀਂ ਪੁੱਤਰ ਚੁੱਪ ਕਰ ਗਿਆ, ਨਾ ਬੋਲਦਾ ਨਾ ਕਰਦਾ, ਸੌਂ ਰਹਿੰਦਾ। ਇਹ ਹੈ, ਵੈਦ ਨੂੰ ਬੁਲਾ ਲਿਆ। ਕਹਿੰਦੇ ਵੈਦ ਨੂੰ, ਮਾਤਾ ਪਿਤਾ ਨੂੰ ਫਿਕਰ ਹੋਇਆ ਬੱਚਾ ਬਿਮਾਰ ਹੋ ਗਿਆ, ਭੋਲੇ ਛੋਲੇ ਨਾ ਖਾਏ ਵੀ ਇਹ ਨਾ ਕਹੇ, ਅੰਦਰ ਹੀ ਮੁੱਦਾ ਪਿਆ ਰੇ। ਵੈਦ ਆ ਗਿਆ, ਇਹ ਸ਼ਬਦ ਵੀ ਵੈਦ ਬੁਲਾਇਆ। ਵੈਦ ਕੀ ਪਕੜ ਢੋਲੇ ਬਾਂ ਤੇ ਭੋਲਾ ਵੈਦ ਨਾ ਜਾਣੇ ਕਰ ਕਗਲੇਜੇ। ਮਹਾਰਾਜ ਦੀ ਨਵਜ ਫੜੀ ਨਾ ਮਾਰੇ। ਕਹਿੰਦੇ ਵੈਦਾ ਕੀ ਕਰ ਲਗਾ? ਕਹਿੰਦਾ ਨਵਜ ਵੇਖ ਲਈ। ਨਵਜ ਕਹਿੰਦੇ ਕੀ ਹੈ? ਇਹ ਤਾਂ ਕੁਛ ਵੀ ਨਹੀਂ। ਮੈਨੂੰ ਜਿਹੜੀ ਮੈਨੂੰ ਦਰਦ ਹੈ ਨਾ ਉਹ ਲੱਭ, ਉਹ ਪਛਾਣ ਤੂੰ। ਮੇਰੇ ਕਰਕ ਕਲੇਜੇ ਮਾਂ ਮਾਹੇ
ਮੇਰਾ ਅਕਾਲ ਪੁਰਖ ਨਾਲ ਜਦੋਂ ਵਿਛੋੜਾ ਹੁੰਦਾ ਨਾ, ਮੇਰੀ ਜਾਨ ਨਿਕਲਦੀ ਹੈ। ਰੱਬ ਨਾਲੋਂ ਵਿਛੋੜਾ ਇਹ ਕਸਕ ਹੈ ਮੇਰੇ ਅੰਦਰ। ਮੇਰੇ ਇੰਝ ਲੱਗਦਾ ਮੈਂ ਮਰ ਚੱਲਿਆ ਹਾਂ। ਜੇ ਮਰ ਨੇ ਆਪ ਲਿਖਿਆ, ਆਖਾਂ ਜੀਵਾਂ ਵਿਸਰੇ ਮਰ ਜਾ। ਜੇ ਮੈਂ ਆਖਦਾ ਹਾਂ ਤਾਂ ਜਿਉਂਦਾ ਹਾਂ, ਵਿਸਰਦਾ ਤੇ ਮਰ ਜਾਂਦਾ ਹਾਂ। ਮੇਰੀ ਉਹ ਤੂੰ ਇਹ ਪਛਾਣਦਾ। ਵੈਦ ਹੈਰਾਨ ਹੋ ਗਿਆ। ਕਹਿੰਦੇ ਵੈਦਾ ਤੂੰ ਇਹ ਦੱਸ, ਤੂੰ ਆਪ ਰੋਗੀ ਹੈ, ਤੈਨੂੰ ਆਪਣਾ ਰੋਗ ਪਤਾ, ਤੈਨੂੰ ਆਪ ਆਪਣੇ ਰੋਗ ਦਾ। ਕਹਿੰਦਾ ਮੈਂ ਰੋਗੀ ਹਾਂ। ਕਹਿੰਦੇ ਹਾਂ, ਮੈਂ ਦੱਸਦਾ ਤੈਨੂੰ ਕੀ ਰੋਗ ਹੈ। ਤੈਨੂੰ ਨਹੀਂ, ਸਾਰੇ ਜਗਤ ਨੂੰ ਹੀ ਇੱਕ ਰੋਗ ਲੱਗਿਆ ਹੈ, ਹਉਮੈ ਦਾ। ਹਉਮੈ ਰੋਗ ਮਾਨਕ ਕੋ ਦੀਨਾ। ਮਨੁੱਖ ਨੂੰ ਹਉਮੈ ਦਾ ਰੋਗ ਮਿਲਿਆ ਹੈ। ਹਉਮੈ ਕੀ ਹੈ? ਇੱਕ ਪੜਦਾ, ਇੱਕ ਪਾਸੇ ਰੱਬ ਹੈ, ਇੱਕ ਪਾਸੇ ਅਸੀਂ ਵਿਚਕਾਰ ਪੜਦਾ ਹੈ ਹਉਮੈ ਦਾ। ਇਹ ਹਉਮੈ ਦਾ ਪੜਦਾ ਸਾਨੂੰ ਰੱਬ ਨੂੰ ਮਿਲਣ ਨਹੀਂ ਦਿੰਦਾ। ਜੇ ਇਹ ਹਉਮੈ ਦਾ ਪੜਦਾ ਦੂਰ ਹੋਵੇ ਤਾਂ ਅਸੀਂ ਰੱਬ ਨੂੰ ਮਿਲ ਸਕਦੇ ਹਾਂ। ਹਉਮੈ ਜਾਈ ਤਾਂ ਗੰਤ ਸਮਾਈ। ਜਿੰਨਾ ਚਿਰ ਹਉਮੈ ਹੈ ਰੱਬ ਦਾ ਮਿਲਾਪ ਹੋ ਹੀ ਨਹੀਂ ਸਕਦਾ। ਕਹਿੰਦਾ ਮਾਰੇ ਪਤਾ ਨਹੀਂ ਲੱਗਦਾ। ਵੈਦ ਮਾਰੇ ਕਹਿੰਦੇ ਨੇ ਜਦੋਂ ਸਤਸੰਗ ਕਰੇਗਾ, ਬਾਣੀ ਪੜ੍ਹੇਗਾ, ਨਾਮ ਜਪੇਗਾ, ਚੰਗੇ ਕਰਮ ਕਰੇਗਾ, ਤੈਨੂੰ ਪਛਾਣ ਆ ਜਾਏਗੀ। ਇਹ ਕਰਕ ਜਿਹੜਾ ਅੰਦਰ ਕਲੇਜ, ਇਹ ਜ਼ਿੰਦਗੀ ਤੋਂ ਵੈਦ ਨੇ ਮਹਿਤਾ ਕਾਲੂ ਜੀ ਜਗ ਮੱਕਿਆ, ਮਹਾਰਾਜ ਤੁਹਾਡਾ ਪੁੱਤਰ ਨੂੰ ਕੋਈ ਰੋਗ ਨਹੀਂ, ਕੋਈ ਔਹਰ ਨਹੀਂ, ਕੋਈ ਕੁਛ ਨਹੀਂ। ਉਹਦੇ ਆਪਣੇ ਰੱਬ ਦੇ ਪਿਆਰ ਵਿੱਚ ਬੈਠਾ ਹੈ ਬਸ। ਫਿਰ ਮਹਾਰਾਜ ਕਾਲੂ ਪਿਤਾ ਜੀ ਨੇ ਕਿਹਾ ਚਲੋ ਹੁਣ ਇੱਕ ਕੰਮ ਰਹਿ ਗਿਆ, ਜੇ ਥੋੜਾ ਜਿਹਾ ਵਪਾਰ ਹੀ ਸਿੱਖ ਲੈ। 20 ਰੁਪਏ ਦਿੱਤੇ ਵੀ ਜਾ ਭਾਈ ਤੁਸੀਂ ਸੱਚਾ ਸੌਦਾ ਖਰਾ, ਥੋੜੇ ਰੁਪਏ ਲੈ ਜਾ, ਸ਼ੁਰੂ ਕਰ ਵਪਾਰ। ਤਲਵੰਡੀ ਵਿੱਚ ਰਹਿੰਦੇ ਆ, ਚੂੜ ਖਾਨੇ ਆ ਜਿੱਥੇ ਮੰਡੀ, ਉੱਥੇ ਤੂੰ ਸਮਾਨ ਲੈ ਆਓ। ਮਾਰੇ ਕਹਿ ਲਗੇ ਮੈਨੂੰ ਤਾਂ ਖਰੀਦਣਾ ਨਹੀਂ ਆਉਂਦਾ ਪਿਤਾ ਜੀ, ਮੈਂ ਨਾ ਨਹੀਂ ਕਰਦਾ, ਮੈਂ ਚਲੇ ਜਾਂਦਾ, ਦੱਸੋ। ਕਹਿ ਲਗੇ ਤੇਰੇ ਨਾਲ ਭਾਈ ਬਾਲਾ ਜੀ ਭੇਜ ਦੇਣਾ। ਦੋਨੋਂ ਜਣੇ ਵਿਚਾਰ ਕਰਕੇ ਚੰਗਾ ਸੌਦਾ ਖਰਾ ਕਰ ਲਿਓ, ਫਿਰ ਨਫਾ ਹੋਏਗਾ, ਠੀਕ ਹੈ। ਮਹਾਰਾਜ ਦੇਖੋ ਆਪ ਨੂੰ ਸਾਰਿਆਂ ਨੂੰ ਪ੍ਰਸੰਗ ਆਉਂਦੇ ਨੇ। ਇਹ ਤਾਂ ਯਾਦ ਹੈ, ਅੱਜ ਗੁਰਪੁਰਬ ਹੈ ਵੀ ਗੁਰੂ ਨਾਨਕ ਦੇ ਕੌਤਕਾਂ ਨੂੰ ਯਾਦ ਕਰਕੇ ਇੱਕ ਅੰਦਰ ਪਿਆਰ ਲਿਆਣਾ। ਪਿਆਰ ਜਿੱਥੋਂ ਸਾਨੂੰ ਪਤਾ ਲੱਗੇ ਵੀ ਗੁਰੂ ਨਾਨਕ ਸਾਹਿਬ ਸਾਡੇ ਕਿੰਨੇ ਦਿਆਲੂ ਕਿਰਪਾਲੂ, ਸਾਡੇ ਤੇ ਮਿਹਰਾਂ ਕਰਨ ਵਾਲੇ। ਤੋਂ ਮਹਾਰਾਜ ਗਏ, ਆਪ ਨੂੰ ਪਤਾ ਹੈ ਚੂੜਖਾਨੇ ਕੋਲ ਪਹੁੰਚੇ ਜੇ, ਉੱਥੇ ਸੰਤ ਸਾਧੂ ਕਿਤਨੇ ਤਪ ਕਰ ਰਹੇ ਸਨ, ਕੋਈ ਨੰਗੇ ਪਿੰਡੇ, ਕੋਈ ਉਸ ਤਰ੍ਹਾਂ, ਕੋਈ ਹੱਠ ਤਪ, ਸੱਚੇ ਸਨ। ਮਹਾਰਾਜ ਰੋਗੇ। ਪੁੱਛਿਆ ਵੱਡੇ ਮਹੰਤ ਨੂੰ, ਇਹ ਕੀ ਕਰਦੇ ਹੋ? ਕਹਿੰਦੇ ਵੀ ਅਸੀਂ ਤਪ ਕਰਦੇ ਹਾਂ। ਇਹ ਸੰਸਾਰ ਮਾਇਕ ਪਦਾਰਥ, ਮਾਇਕ ਹੈ, ਅਸੀਂ ਰੱਬ ਦੀ ਦਰਗਾਹ ਵਿੱਚ ਜਾ ਕੇ ਸੁਖਲੇ ਰਾਂਗੇ ਜੇ ਤਪ ਕਰਕੇ ਜਾਗੇ। ਤੇ ਮਾਰੇ ਕਹਿੰਦੇ ਤੁਸੀਂ ਰੋਟੀ ਪਾਣੀ, ਅੰਨ ਪਾਣੀ ਕਿੱਥੋਂ ਛਕਦੇ ਹੋ? ਕਹਿੰਦੇ ਅਸੀਂ ਕੋਈ ਦੇ ਜੇ, ਅਸੀਂ ਮੰਗਦੇ ਨਹੀਂ ਕਿਸੇ ਨੂੰ। ਇਹ ਬੜੀ ਉੱਚੀ ਅਵਸਥਾ ਹੈ, ਮੰਗਦੇ ਨਹੀਂ। ਜਦੋਂ ਵਾਹਿਗੁਰੂ ਭੇਜ ਦਿੰਦਾ ਛਕ ਲੈਂਦੇ ਆ, ਨਹੀਂ ਤੇ ਬੈਠੇ ਰਹਿੰਦੇ ਆ, ਗੋਲਾਂ ਖਾ ਲੈਂਦੇ ਆ, ਪੇਟ ਭਰ ਲੈਂਦੇ ਆ। ਹੁਣ ਮਹਾਰਾਜ ਦਾ ਕੋਮਲ ਹਿਰਦਾ ਉਹਨਾਂ ਸੱਚੇ ਸੰਤ ਸਾਧੂਆਂ ਨੂੰ ਰੱਬ ਵਾਲੇ ਪਾਸੇ ਲੱਗਿਆ, ਵੇਖ ਕੇ ਰਹਿ ਨਾ ਸਕਿਆ। ਕਹਿ ਲਗੇ ਜੀ ਅਸੀਂ ਤੁਹਾਨੂੰ ਕੋਈ 20 ਰੁਪਏ ਸਾਡੇ ਕੋਲ ਹਨ, ਇਹ ਲੈ ਲਓ, ਭੋਜਨ ਪਾ ਲੈਣਾ। ਉਹ ਮਨ ਬਹੁਤ ਉੱਚੀ ਅਵਸਥਾ ਦਾ ਸੀ। ਉਸ ਨੂੰ ਮਹਾਰਾਜ ਦਾ ਦੈਵੀ ਪ੍ਰਭਾਵ ਇੰਨਾ ਪਿਆ, ਇਹ ਕੋਈ ਬਖਸ਼ਿਆ ਹੈ ਬੱਚਾ। ਕਹਿਣ ਲੱਗੇ ਤੁਹਾਨੂੰ ਕਿਸੇ ਮਾਤਾ ਪਿਤਾ ਨੇ 20 ਰੁਪਏ ਕਿਸੇ ਲਈ ਦਿਆ, ਤੁਸੀਂ ਸਾਨੂੰ ਦਿਓਗੇ, ਖੇਚਲ 'ਚ ਪੈ ਜਾਓਗੇ। ਮਾਰੇ ਕਹਿੰਦੇ ਖੇਚਲ ਪੈਣਾ ਸਰੀਰ ਦਾ ਧਰਮ ਹੈ, ਤੇ ਮਨ ਜਿਹੜਾ ਇਹ ਪੱਥਰ ਨਹੀਂ ਹੈ ਕਿ ਕਿਸੇ ਦੁਖੀ ਨੂੰ ਦੇ ਕੇ ਪਸੀਜੇ ਨਾ। ਅਸੀਂ ਤੁਹਾਨੂੰ ਇਸ ਤਰ੍ਹਾਂ ਦੇਖ ਕੇ ਖਾਲੀ ਛੱਡ ਜਾਣਾ। ਮਨ ਜੀ ਨੇ ਕਿਹਾ ਫਿਰ ਇੰਝ ਕਰੋ, ਅਸੀਂ ਪੈਸੇ ਨਹੀਂ ਲੈਂਦੇ, ਸਾਨੂੰ ਸਮਾਨ ਲਿਆ ਦਿਓ, ਅਸੀਂ ਆਪੇ ਹੀ ਬਣਾ ਛਕਾ ਲਾਂਗੇ। तो महाराज भाई बाला जी नाल जाके 20 रुपया की रसद, आटा, खंड, चीनी, घ्यो, दाल, वो सारा लिया के दिता। महंता ने बड़ा प्रभाव से, महाराज ने महंता ने मत्था टेकिया, उन्होंने आग्ञा दी आप जाओ असीं कर लांगे। हुण महाराज चल पे भाई बाला जी दे नाल ते खुश इन्ने हन, अकाल पुरख नाल जुड़ गए। वाहिगुरू अज बड़ा वधिया खरा सौदा होया जी, अज भुखियां लोड़वंदां दे वंडिया गया है, प्रसन्न जा रहे हैं। पर जदों तलवंडी कोल पहुंचे तो हुण मनुखता का सुभाव आ गया। ओहो पिता जी ने पूछना किहड़ा सौदा लिआए तो की जवाब देंगे, खाली हथ आए। महाराज कहन लगे बालिया
ਪਿਤਾ ਜੀ ਪੁੱਛਣਗੇ ਤੇ ਆਪਾਂ ਕੀ ਕਹਾਂਗੇ? ਤੇ ਭਾਈ ਬਾਲਾ ਜੀ ਡਰ ਗਏ, ਕਹਿੰਦੇ ਮਹਾਰਾਜ ਮੈਂ ਤੇ ਤੁਹਾਨੂੰ ਮਨਾ ਕੀਤਾ ਸੀ ਵੀ ਇਹ ਨਾ ਕੰਮ ਕਰੋ। ਪਿਤਾ ਜੀ ਗੁੱਸੇ ਵਾਲੇ ਜੇ ਉਹਨਾਂ ਨੇ, ਤੇ ਤੁਸੀਂ ਕਿਹਾ ਫਿਰ ਨਹੀਂ ਇਹ ਭੁੱਖੇ, ਇਸ ਤੋਂ ਵਧੀਆ ਖਰਾ ਸੌਦਾ ਕੋਣ? ਮੈਂ ਚੁੱਪ ਕਰ ਗਿਆ, ਮੈਂ ਸੇਵਕ ਸੀ, ਮੈਂ ਤਾਂ ਬੋਲਿਆ ਨਹੀਂ। ਹੁਣ ਤੁਸੀਂ ਸਹਿਣਾ, ਬਾਲਾ ਜੀ ਨੇ ਆਦਮੀ ਤੁਸੀਂ ਸਹਿਣਾ। ਮਹਾਰਾਜ ਇਸੇ ਰੰਗ ਵਿੱਚ ਜਾ ਰਹੇ ਹਨ, ਤਲਵੰਡੀ ਪਹੁੰਚੇ ਨਾ, ਕਹਿੰਦੇ ਬਾਲਿਆ ਤੂੰ ਤੇ ਜਾ ਘਰ, ਅਸੀਂ ਘਰ ਨਹੀਂ ਜਾਣਾ। ਬਾਹਰ ਇੱਕ ਤਲਾਬ ਸੀ, ਮਹਾਰਾਜ ਉੱਥੇ ਬੈਠ ਗਏ, ਤਲਾਬ ਤੇ ਬੈਠ ਗਏ। ਸੋਚਦੇ ਹਨ ਇਹ ਅਕਾਲ ਪੁਰਖ ਜੀ, ਇਹ ਮਾਇਆ ਬੜੀ ਪ੍ਰਬਲ ਹੈ, ਪਰ ਪਿਆਰੀ ਸਾਰਿਆਂ ਨੂੰ ਮਾਇਆ ਹੀ ਪਿਆਰੀ ਹੈ। ਔਰ ਮਾਇਆ ਜੀਵੜ ਦੁੱਖ ਨਹੀਂ, ਮਾਇਆ ਜਿਹੜਾ ਕੋਈ ਦੁੱਖ ਵੀ ਨਹੀਂ ਜੇ। ਉਧਰੋਂ ਕਾਲੂ ਪਿਤਾ ਜੀ ਨੂੰ ਪਤਾ ਲੱਗਾ ਵੀ ਬਾਲਾ ਆ ਗਿਆ ਤੇ ਗੁਰੂ ਨਾਨਕ ਨਹੀਂ ਆਇਆ। ਭਾਈ ਬਾਲੇ ਨੂੰ ਬੁਲਾ ਕੇ ਕਹਿੰਦੇ ਭਾਈ ਗੁਰੂ ਨਾਨਕ, ਕਹਿੰਦੇ ਮਹਾਰਾਜ ਸਾਰੀ ਫਿਰ ਗੱਲ ਦੱਸ ਦਿੱਤੀ। ਮਹਾਰਾਜ ਇਹ ਗੱਲ ਹੋਈ ਜੇ, ਖਰਚ ਕਰ ਰਹੇ ਨੇ ਗੁਰੂ ਸਾਹਿਬ, ਤੇ ਹੁਣ ਉਹ ਬਾਹਰ ਬਹਿ ਗਏ ਤਲਾਬ ਤੇ ਮੈਂ ਤੇ ਬੜਾ ਮਨਾ ਕੀਤਾ, ਆਪਣਾ ਸੁਰਖਰੂ ਕਰ ਲਿਆ, ਤੁਸੀਂ ਜਾਣੋ। ਕਹਾ ਮੈਂ ਤਾਂ ਕਾਲੂ ਜੀ ਮਾਇਕ ਬਿਰਤੀ ਐਸੀ ਗੁੱਸੇ ਵਿੱਚ ਤੁਰੇ, ਐਸੇ ਗੁੱਸੇ ਵਿੱਚ ਮੈਂ ਜਾ ਕੇ ਦੱਸਦਾ ਹਾਂ। ਮਾਤਾ ਤ੍ਰਿਪਤਾ ਜੀ ਵੀ ਡਰ ਗਏ, ਪਤਾ ਸੀ ਕਾਲੂ ਜੀ ਦਾ ਗੁੱਸੇ ਵਾਲਾ ਸੁਭਾਅ ਹੈ। ਪਿੱਛੇ ਮੈਂ ਤ੍ਰਿਪਤਾ ਮਾਤਾ ਨੇ ਬੁਲਾਇਆ ਬੇਬੇ ਨਾਨਕੀ ਨੂੰ, ਕਿਉਂਕਿ ਬੇਬੇ ਨਾਨਕੀ ਇੱਕ ਪਹਿਲੀ ਹੈ ਗੁਰੂ ਨਾਨਕ ਦੀ ਸਿੱਖ ਜਿਸ ਨੇ ਆਪਣੇ ਵੀਰ ਨੂੰ ਰੱਬੀ ਨੂਰ ਵੇਖਿਆ। ਉਸ ਨੂੰ ਬਸ ਇਹ ਰੱਬ ਹੈ, ਰੱਬ ਦਾ ਰੂਪ ਹੈ, ਤੁਰੋਂ ਆਇਆ, ਕੁਦਰਤ ਵੱਲੋਂ ਉਸ ਦੀ ਐਸੀ ਦ੍ਰਿਸ਼ਟੀ ਖੁੱਲੀ। ਪਹਿਲੀ ਸਿੱਖ ਬੇਬੇ ਨਾਨਕੀ। ਦੂਜਾ ਰਾਏ ਬੁਲਾਰ, ਜਿਸ ਨੇ ਉਹ ਕੌਤਕ ਵੇਖ ਕੇ ਪਛਾਣਿਆ ਪੈਗੰਬਰ। ਤਾਂ ਮਹਿਤਾ ਕਾਲੀ ਜੀ ਗੁੱਸੇ ਵਿੱਚ, ਬੇਬੇ ਨਾਨਕੀ ਪਿੱਛੇ ਪਿੱਛੇ, ਅੱਗੇ ਪਿੱਛੇ ਉਸ ਤੇ ਮਾਤਾ ਵੀ ਤੁਰ ਪਈ। ਤਿੰਨੇ ਭਾਈ ਦੋ ਨਾਲ ਭਾਈ ਬਾਲਾ ਜੀ ਹਨ। ਤਲਾਬ ਤੇ ਦੇਖਿਆ ਮਹਾਰਾਜ ਸਮਾਧੀ ਲਾਈ, ਵਾਹਿਗੁਰੂ ਨੇ ਜੁੜੇ ਬੈਠੇ ਸੀ। ਪਿਤਾ ਜੀ ਦਾ ਗੁੱਸਾ ਅਸਮਾਨਾਂ ਦੇ, ਬਾਂਹ ਫੜੀ ਉਠਾਇਆ, ਉੱਠ ਸਮਾਧੀਆਂ ਲਾਉਣ ਵਾਲਿਆ ਉੱਠ, ਕਿੱਥੇ ਹੀ 10-20 ਰੁਪਈਏ ਤੂੰ ਕਹਿੰਦਾ ਸੀ ਖਰਾ, ਕਿੱਥੇ ਦੱਸ। ਬਸ ਇੰਨੇ ਗੁੱਸੇ ਵਿੱਚ, ਤੁਹਾਨੂੰ ਪਤਾ ਇਨਸਾਨ ਨੂੰ ਗੁੱਸਾ ਚੜ ਜੇ ਫਿਰ ਦਿਸਦਾ ਕੁਝ ਨਹੀਂ। ਮਹਾਰਾਜ ਨੇ ਸੱਜਾ ਹੱਥ ਚੁੱਕਿਆ ਤੇ ਖੱਬੇ ਗੱਲ ਤੇ ਮਹਾਰਾਜ ਦੇ ਮਾਰੀ ਚਪੇੜ। ਹਜੇ ਗੁੱਸਾ ਠੰਡਾ ਨਹੀਂ, ਦੂਜਾ ਹੱਥ ਚੁੱਭਿਆ, ਖੱਬਾ ਤੇ ਸੱਜੇ ਤੇ ਚਪੇੜ। ਸੋਚੋ ਸਾਧ ਸੰਗਤ, ਮਹਾਰਾਜ ਦੀ ਅੱਖਾਂ ਵਿੱਚ ਜਲ ਪਿਆ, ਨੀਲ ਪੈ ਗਏ, ਨੀਲ। ਮਹਾਰਾਜ ਬੋਲੇ ਨਹੀਂ। ਬੇਬੇ ਨਾਨਕੀ ਨੇ ਆਇਆ, ਇੰਜ ਲੱਗਾ ਮੈਂ ਪਿਤਾ ਜੀ ਨੂੰ ਖਿੱਚ ਕੇ ਛੁਡਾ ਲਿਆ, ਬਚ ਗਿਆ। ਪਰ ਜਿਉਂ ਹੀ ਆਪਣੇ ਵੀਰ ਦੀਆਂ ਗੱਲਾਂ ਤੇ ਨੀਲ ਦੇਖੇ, ਗਸ਼ ਖਾ ਕੇ ਡਿੱਗ ਪਈ ਮਾਤਾ, ਡਿੱਗ ਪਈ ਬੇਬੇ ਨਾਨਕੀ। ਉੱਠੀ, ਵੀਰ ਨੂੰ ਜੱਫੀ ਪਾਈ। ਗੁਰੂ ਨਾਨਕ ਦੀ ਤਸੀਰ ਬੇਬੇ ਨਾਨਕੀ ਨੂੰ ਛੋ ਗਈ ਤੇ ਅਰਸ਼ੀ ਝੂਟਾ ਆ ਗਿਆ। ਸਾਰੇ ਸੁੱਖਾਂ ਦਾ ਸੁੱਖ ਮਿਲ ਗਿਆ, ਮੰਨ ਲਓ ਸਾਰੇ ਸੁੱਖ ਦੇ ਸਮੁੰਦਰ ਨੂੰ ਛੋ ਲਿਆ ਗੁਰੂ ਨਾਨਕ ਦੀ ਜੱਫੀ ਨੇ। ਬੇਬੇ ਨਾਨਕੀ ਰਸ ਵਿੱਚ ਭਰੀ। ਉਧਰੋਂ ਮੈਂ ਤਾਂ ਰਾਏ ਬੁਲਾਰ ਨੂੰ ਪਤਾ ਲੱਗਿਆ, ਬੁਲਾ ਲਿਆ। ਕਾਲੂ ਜੀ ਗਏ ਨਾਲ, ਗੁਰੂ ਨਾਨਕ ਸਾਹਿਬ ਹਨ। ਰਾਏ ਬੁਲਾਰ ਨੂੰ ਪਤਾ ਸੀ ਇਹ ਰੱਬੀ ਜੋਤ ਹੈ। ਕਹਿੰਦੇ ਕਾਲੂ ਤੂੰ ਪਛਾਣਦਾ ਨਹੀਂ, ਇਹ ਪੈਗੰਬਰ ਹੈ। ਇਹ ਜਿਤਨੀ ਮੇਰੀ ਮਾਇਆ ਹੈ ਨਾ, ਜਿਤਨੀ ਇਹ ਸਾਰੀ ਇਸ ਦੀ ਦਿੱਤੀ ਹੈ। ਇਹ ਰੱਬ ਰੂਪ ਹੈ, ਰੱਬ ਆਪ ਹੈ। ਤੂੰ ਪਛਾਣਦਾ ਨਹੀਂ, ਮੈਨੂੰ ਪੁੱਛ। ਪਰ ਮੈਂ ਤਾਂ ਕਾਲੂ ਦੁਨਿਆਵੀ ਸੋਚ ਵਾਲੇ, ਮੈਂ ਕੀ ਕਰਾਂ, ਲੁਟਾਉਂਦਾ ਪੈਸੇ ਕਰਦਾ। ਰਾਏ ਬੁਲਾਰ ਨੇ ਕਿਹਾ ਲੈ ਫੜ 20 ਰੁਪਏ, ਜਦੋਂ ਦਾ ਜੰਮਿਆ ਹੁਣ ਤੱਕ ਜਿੰਨਾ ਹਿਸਾਬ ਇਹਦਾ ਬਣਦਾ ਮੇਥੋਂ ਲੈ, ਇਹਨੂੰ ਕੁਝ ਨਾ ਕਹੀਂ। ਮਾਇਆ ਤੇ ਇਹਦੇ ਦਰਦ ਇਹਦੇ ਨਾਂ ਦੇ ਹੀ, ਇਹਦੇ ਨਾਂ ਦੇ ਲੇਟਣੀਆਂ ਲਏਗੀ ਮਾਇਆ। ਤੋ ਸਾਧ ਸੰਗ ਉੱਥੇ ਭਾਈ ਵੀਰ ਸਿੰਘ ਜੀ ਮਹਾਰਾਜ ਨੇ ਲਿਖਿਆ, ਅੱਜ ਗੁਰੂ ਨਾਨਕ ਦੇ 1 ਰੁਪਏ ਦੇ ਕਿ ਆਖੇ ਤੇ ਸੰਗਤਾਂ ਗੁਰਸਿੱਖ 20-20 ਲੱਖ ਰੁਪਏ ਦੇਣ ਨੂੰ ਤਿਆਰ ਹੈ। ਅੱਜ ਉਹਦੀ ਬਦੌਲਤ ਹੀ ਇਹ ਸਾਰੇ ਗੁਰੂ ਕੇ ਲੰਗਰ ਚੱਲਣ, ਗੁਰੂ ਨਾਨਕ ਸਾਹਿਬ ਦੇ ਸੱਚੇ ਸੱਚ ਉਹੀ ਲੰਗਰ ਚੱਲ ਰਿਹਾ। ਤਾਂ ਮਹਾਰਾਜ ਦੀ ਦੇਣ ਕੌਣ ਦੀ? ਗੁਰੂ ਨਾਨਕ ਸਾਹਿਬ ਦੇ ਪਰਉਪਕਾਰ ਜਿੰਨੇ ਚੇਤਨੀ। ਮੰਗਣਾ ਕੀ? ਇੱਕ ਮੰਗਣਾ ਹੈ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ, ਤੁਸੀਂ ਇੰਨੇ ਰੱਬੀ ਅਸੀਂ ਤੁਹਾਨੂੰ ਪਛਾਣ ਨਹੀਂ ਸਕੇ, ਪਰ ਅਰਦਾਸ ਕਰਦੇ ਹਾਂ ਤੁਹਾਡੇ ਚਰਨਾਂ 'ਚ ਅੱਜ ਬਖਸ਼ਿਸ਼ ਦਾ ਦਿਨ ਹੈ। ਅੱਜ ਰਹਿਮਤ ਕਰੋ ਸਾਡੇ ਸਾਰਿਆਂ ਦੇ, ਆਪੇ ਲਾਇਓ ਆਪਣਾ ਪਿਆਰ। ਸਾਡੇ ਕੋਲੋਂ ਆਪਣਾ ਪਿਆਰ ਨਹੀਂ ਲੱਗਦਾ, ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੇ ਸਭ ਕੋਏ। ਸਾਡੇ ਵਸ ਨਹੀਂ, ਪਰ ਇਹ ਪਿਰਮ ਪਿਆਲਾ ਕਸਮ ਕਾ, ਜੈ ਭਾਵੇ ਤੈ ਦੇ। ਹੇ ਗੁਰੂ ਨਾਨਕ ਜੀ, ਆਪ ਮੇਰ ਵਿੱਚ ਆ ਜਾਓ ਤੇ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਅਸੀਂ ਤੁਹਾਡੇ ਸਤਸੰਗ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਸੱਚੇ ਸੁੱਚੇ ਕਰਮ ਕਰੀਏ। ਜੋ ਗੁਰੂ ਕਰਨ ਲਈ ਕਹਿੰਦਾ ਹੈ,
ਗੁਰ ਕਿਆ ਸਾਕਾਰ ਕਮਾਵੋ, ਉਹ ਕਰਨੀ ਕਰੀਏ, ਜੋ ਗੁਰੂ ਮਹਾਰਾਜ ਮਨਾ ਕਰਦੇ ਹਨ ਉਹ ਨਾ ਕਰੀਏ, ਤੇ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਤਾਂ ਕਿ ਸਾਡਾ ਇਹ ਅੱਜ ਦਾ ਗੁਰਪੁਰਬ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਇਹ ਮਨਾਇਆ ਸਫਲ ਹੋ ਜਾਏ, ਭੁੱਲਾਂ ਬਖਸ਼ ਲੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਧਨਾਸਰੀ ਰਾਗ ਵਿੱਚ ਦਰਜ ਹੈ। ਅਸੀਂ ਇਸ ਸ਼ਬਦ ਦਾ ਗਾਇਨ ਨਿਰਧਾਰਿਤ ਰਾਗ ਧਨਾਸਰੀ ਵਿੱਚ ਹੀ ਕਰਨ ਜਾ ਰਹੇ ਹਾਂ। ਗੁਰੂ ਜੀ ਜਦੋਂ ਉਦਾਸੀ ਕਰਦੇ ਹੋਏ ਜਗਨਨਾਥਪੁਰੀ ਪਹੁੰਚੇ ਤਾਂ ਉੱਥੋਂ ਦੇ ਪੰਡਿਤਾਂ ਨੇ ਆਪ ਜੀ ਨੂੰ ਆਰਤੀ ਵਿੱਚ ਸ਼ਾਮਿਲ ਹੋਣ ਲਈ ਕਿਹਾ। ਉਸ ਸਮੇਂ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਤੇ ਕੁਦਰਤ ਵਿੱਚ ਅਕਾਲ ਪੁਰਖ ਦੀ ਹੋ ਰਹੀ ਆਰਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਾਇਆ। ਗੁਰੂ ਜੀ ਇਸ ਸ਼ਬਦ ਵਿੱਚ ਫਰਮਾ ਰਹੇ ਹਨ ਕਿ ਸਾਰਾ ਆਕਾਸ਼ ਥਾਲ ਹੈ, ਸੂਰਜ ਅਤੇ ਚੰਦ ਇਸ ਥਾਲ ਵਿੱਚ ਦੀਵੇ, ਤਾਰੇ ਮੋਤੀ ਵਾਂਗ ਥਾਲ ਵਿੱਚ ਸਜੇ ਹੋਏ ਹਨ। ਪਰਬਤ ਤੋਂ ਆਉਣ ਵਾਲੀ ਸੁਗੰਧਿਤ ਹਵਾ, ਧੂਪ ਅਤੇ ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਪ੍ਰਭੂ ਦੀ ਆਰਤੀ ਲਈ ਫੁੱਲ ਦੇ ਰਹੀ ਹੈ। ਹੇ ਅਕਾਲ ਪੁਰਖ, ਤੇਰੀ ਕਿੰਨੀ ਸੋਹਣੀ ਆਰਤੀ ਕੁਦਰਤ ਵੱਲੋਂ ਕੀਤੀ ਜਾ ਰਹੀ ਹੈ। ਆਓ ਰਾਗ ਧਨਾਸਰੀ ਵਿੱਚ ਇਹ ਪਾਵਨ ਸ਼ਬਦ ਸਰਵਣ ਕਰੀਏ। पहला
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਰਹਿਮਤ ਹੋਈ ਸਤਿਗੁਰੂ ਜੀ ਦੀ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਮੇਰੇ ਗੁਰੂ ਨਾਨਕ ਸ਼ਹਿਨਸ਼ਾਹ ਦੇ ਪਿਤਰ ਪਾਵਨ, ਮਨ ਭਾਵਨੇ, ਰੰਗ ਲਾਵਣੇ ਪਾਵਨ ਅਵਤਾਰ ਗੁਰਪੁਰਬ ਸਾਹਿਬ ਦੇ ਨਿਰਮਲ ਭਾਵਾਂ ਸਹਿਤ ਆਪ ਜੀ ਨੇ ਸਤਿਪੁਰਸ਼ਾਂ ਦੇ ਸਫਲ ਪਰਿਵਾਰ ਪਾਸੋਂ ਅੰਮ੍ਰਿਤਮੈ ਸ਼ਬਦ ਕੀਰਤਨ ਸਰਵਣ ਕੀਤੇ। ਗੁਰਪ੍ਰਸੰਗ ਦੁਆਰਾ ਗੁਰੂ ਨਾਨਕ ਸ਼ਹਿਨਸ਼ਾਹ ਦੇ ਇਤਿਹਾਸਕ ਦਰਸ਼ਨਾਂ ਦੀ ਮਿਹਰ ਮਿਲੀ। ਫਿਰ ਸਤਿਪੁਰਸ਼ਾਂ ਦੀ ਮਿਹਰਾਂ ਨਾਲ ਪ੍ਰਫੁੱਲਿਤ ਹੋ ਰਿਹਾ ਦਰਾਹਾ ਪਬਲਿਕ ਸਕੂਲ ਦਰਾਹਾ ਦੇ ਬੱਚਿਆਂ ਵੱਲੋਂ, ਟੀਚਰ ਵੱਲੋਂ ਆਪ ਜੀ ਨੇ ਅੰਮ੍ਰਿਤਮੈ ਸ਼ਬਦ ਕੀਰਤਨ ਸਤਿਪੁਰਸ਼ਾਂ ਦੀ ਪਵਿੱਤਰ ਪਾਵਨ ਕਵਿਤਾ ਆਪ ਜੀ ਨੇ ਸਰਵਣ ਕੀਤੀ। ਔਰ ਗੁਰੂ ਕੇ ਲਾਲ ਭਾਈ ਅਮਰਜੀਤ ਸਿੰਘ ਜੀ ਪਾਸੋਂ ਕਥਾ ਦੀ ਦਾਤ ਮਿਲੀ। तो सतगुरु जी सरबत दी कहाल अपने पितर दर ते परवान कर लैन। मेहर करन मेरे गुरु नानक शहनशाह, गुरु नानक जाको भया दयाला, सो जन होआ सदा निहाल। सतगुरु जी अपनी कृपा करन, ए महान दात सबना जिया का एक दाता, सो मैं विसर ना जाए। ए खैर पाउन सतपुरुष फरमांदे सन, यही सिख दी मंजिल है, जिथे सिख ने पहुंचना है, सो मैं विसर ना जाए। मेरे गुरु नानक शहनशाह अपनी मेहर, गुरु नानक दीन दयाल वो, कर दे नैना दे नाल निहाल। नानक नदरी नदर निहाल, और वड़ी मेहर बख्शिश करनी, विसर नाही दातार। अपना नाम देहो गुण गावा दिन रात, नानक चाहोयो। और सतपुरुष तिन्हां दे सफल परिवार, जिन्हां दे उद्यम सदका आप जी तक ये प्रोग्राम पहुंचाया गया। मेरे सतगुरु जी रब सवारे महापुरुष सब दी कहाल अपने पुत्र दर ते परवान कर ले। और बरखुरदार हरनैन सिंह जी जिन्हां ने महान कहाल काली, तिन्हां दी कहाल भी रब सवारे अपने दर ते परवान करन। और सदा अपनी मेहर अपनी बख्शिश सदका सतपुरुषां दे सफल परिवार नूं चढ़दी कला दी दात बख्शिश करन। और सदा चढ़दी कला विच टिके ये सरब साध संगत दी सेवा चाहो दे नाल उमा दे नाल करदे रहन। आपे सेवा लायन आपे बख्श करे। वाहिगुरु जी का खालसा वाहिगुरु जी की फतेह।